ओए रोकी सवेरे सवेरे ओ मित्रा आ खा लड्डू। ओए लड्डू कादी खुशी च रोकी। ओ भाई मेरी आइल्स कंप्लीट हो गई है आ सिर्फ ਤੁਹਾਡੇ ਕਰਕੇ ਹੋਇਆ ਹੈ। ਇਸ ਚ ਮੈਂ ਕੀ ਕੀਤਾ ਯਾਰ। ਤੁਸੀਂ ਲਾਡੀ ਨੂੰ ਨੰਬਰ ਨਹੀਂ ਦਿੱਤਾ ਤੇ ਲਾਡੀ ਨੇ ਮੈਨੂੰ ਨੰਬਰ ਦਿੱਤਾ ਸਿੰਘ ਆਇਲਸ ਵਾਲਿਆਂ ਦਾ। ਆਹ ਵੇਖੋ ਲਾਡੀ ਵਾਂਗ ਮੇਰੇ ਵੀ 7 ਬੈਂਡ ਆਏ ਨੇ। ਵਾਹ ਵੀ ਵਾਹ। ਉਹ ਮੈਂ ਕਹਿ ਰਹੀ ਜਿਹੜੇ ਸੁਣ ਰਹੇ ਨੇ ਤੁਸੀਂ ਵੀ ਯਾਦ ਰੱਖੋ ਜੇ ਵਧੀਆ ਬੈਂਡ ਚਾਹੀਦੇ ਨੇ ਤੇ ਆਇਲਸ ਕੋਚਿੰਗ ਦੇ ਐਕਸਪਰਟ ਸਿੰਘ ਆਇਲਸ ਵਾਲਿਆਂ ਕੋਲ ਜਾਓ। ਹਾਂਜੀ ਸਿੰਘ ਆਇਲਸ ਵਰਲਡ ਟ੍ਰੇਡ ਸੈਂਟਰ ਮੈਲਬੌਰਨ ਅਤੇ ਕਿੰਗ ਸਟ੍ਰਿੰਗ ਡੈਨੀਨੋਂਗ ਵਿਖੇ ਕਾਲ 425 540 030 ਆਇਲਸ ਦੀ ਵਧੀਆ ਕੋਚਿੰਗ ਲਈ 04255 40030 ਸਿੰਘ ਆਇਲਸ। ਤੁਸੀਂ ਸੁਣ ਰਹੇ ਹੋ ਜੀ ਰੇਡੀਓ ਹਾਂਜੀ 1674 ਹੈ। ਮੈਂ ਗੁਰਜੋਤ ਸਿੰਘ ਸੋਢੀ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ ਤੇ ਆਸ ਕਰਦਾ ਜੀ ਤੁਹਾਡਾ ਸਾਰਿਆਂ ਦਾ ਦਿਨ ਗੁਜ਼ਰਿਆ ਹੋਏਗਾ ਹੱਸਦੇ ਹੱਸਦੇ। ਤੇ ਲਓ ਦੋਸਤੋ ਹਾਜ਼ਰ ਹਾਂ ਇੱਕ ਵਾਰੀ ਫੇਰ ਤੁਹਾਡੇ ਲਈ ਲੈ ਕੇ ਪ੍ਰੋਗਰਾਮ ਇੰਗਲਿਸ਼ ਦਾ ਸਪੈਸ਼ਲ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਅੰਗਰੇਜ਼ੀ ਦੇ ਨਾਲ ਆ ਰਹੀਆਂ ਤੁਹਾਡੀਆਂ ਮੁਸ਼ਕਲਾਤਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵਿਦ ਦਾ ਹੈਲਪ ਆਫ ਡਾਕਟਰ ਸਿੰਘ। ਸੋ ਡਾਕਟਰ ਸਿੰਘ ਇੱਕ ਵਾਰੀ ਫੇਰ ਸਾਡੇ ਨਾਲ ਨੇ, ਸਿੰਘ ਆਇਲਸ ਤੋਂ ਡਾਕਟਰ ਸਿੰਘ। ਸੋ ਕਰਦੇ ਹਾਂ ਆਪਾਂ ਉਹਨਾਂ ਨੂੰ ਔਨ ਏਅਰ ਤੇ ਜਾਣਦੇ ਹਾਂ ਕੀ ਵਿਸ਼ਾ ਅੱਜ ਸਾਡੇ ਲਈ ਲੈ ਕੇ ਆਇਆ। ਹਾਂਜੀ ਡਾਕਟਰ ਸਿੰਘ ਤੁਸੀਂ ਔਨ ਏਅਰ ਹੋ ਜੀ। ਹਾਂਜੀ ਬਹੁਤ ਬਹੁਤ ਧੰਨਵਾਦ ਗੁਰਜੋਤ ਔਰ ਰੇਡੀਓ ਹਾਂਜੀ ਜਿਨ੍ਹਾਂ ਨੇ ਇਹ ਇੱਕ ਬਹੁਤ ਹੀ ਅੱਛਾ ਪ੍ਰੋਗਰਾਮ ਪਲਾਨ ਕੀਤਾ ਹੈ ਜਿਹਦੇ ਨਾਲ ਅਸੀਂ ਇੰਗਲਿਸ਼ ਦੀ ਐਨਹੈਂਸਮੈਂਟ ਬੜੇ ਵਧੀਆ ਢੰਗ ਦੇ ਨਾਲ ਕਰ ਸਕਦੇ ਹਾਂ। ਜੀ ਸ਼ੁਕਰੀਆ ਜੀ ਤੁਹਾਡਾ ਕਿਉਂਕਿ ਤੁਸੀਂ ਆ ਕੇ ਹਰ ਵਾਰੀ ਸਾਡੇ ਨਾਲ ਸਾਥ ਦਿੰਦੇ ਹੋ। ਜੇ ਨਹੀਂ ਵੀ ਆਇਆ ਜਾਂਦਾ ਤਾਂ ਐਟਲੀਸਟ ਫੋਨ ਦੇ ਉੱਤੇ ਤੁਸੀਂ ਮਿਸ ਨਹੀਂ ਕਰਦੇ ਇਹਨੂੰ। ਸੋ ਉਹਦੇ ਲਈ ਧੰਨਵਾਦ ਆ ਤੁਹਾਡਾ। ਸੋ ਡਾਕਟਰ ਸਿੰਘ ਕੀ ਲੈ ਕੇ ਆਏ ਹੋ ਅੱਜ, ਕੀ ਟੌਪਿਕ ਆ ਸਾਡੇ ਲਈ? ਗੁਰਜੋਤ ਜੀ ਜਿੱਦਾਂ ਅਸੀਂ ਪਿਛਲੀ ਵਾਰੀ ਮੈਂਸ਼ਨ ਕੀਤਾ ਸੀ ਨਾ ਕਿ ਅਸੀਂ ਗ੍ਰਾਮਰ ਤੇ ਥੋੜਾ ਜਿਹਾ ਧਿਆਨ ਦਿਆਂਗੇ ਐਤਕੀ ਔਰ ਕੋਸ਼ਿਸ਼ ਕਰਾਂਗੇ ਕਿ ਆਪਣੇ ਵੀਰਾਂ ਭੈਣਾਂ ਦੀਆਂ ਕੁਛ ਜਿਹੜੀਆਂ ਮੁਸੀਬਤਾਂ ਨੇ ਇੰਗਲਿਸ਼ ਦੀਆਂ ਸਿਰਫ ਆਇਲਸ ਪੀਟੀ ਟੋਫਲ ਨੂੰ ਲੈ ਕੇ ਹੀ ਨਹੀਂ ਹੈ। ਇਸ ਤੋਂ ਇਲਾਵਾ ਵੀ ਰੋਜ਼ਮਰਾ ਦੀ ਅੰਗਰੇਜ਼ੀ ਦੇ ਵਿੱਚ ਕਈਆਂ ਨੂੰ ਪ੍ਰੋਬਲਮਸ ਆਉਂਦੀਆਂ ਜਿਵੇਂ ਵਰਕ ਇੰਗਲਿਸ਼ ਜਾਂ ਔਨ ਦ ਜੋਬ ਜਦੋਂ ਹੁੰਦੀ ਹੈ, ਫਿਰ ਸੋਸਾਈਟਲ ਇੰਗਲਿਸ਼ ਹੁੰਦੀ ਹੈ ਨਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਨੀ ਹੈ ਆਉਣ ਵਾਲੇ ਸਮਿਆਂ ਦੇ ਵਿੱਚ ਕਿ ਅਸੀਂ ਕਿਤੇ ਨਾ ਕਿਤੇ ਕੰਟਰੀਬਿਊਟ ਕਰ ਸਕੀਏ ਤੇ ਸਾਡੇ ਜਿਹੜੇ ਭੈਣਾਂ ਭਰਾ ਨੇ ਉਹ ਫਖਰ ਦੇ ਨਾਲ ਕਮਿਊਨੀਕੇਸ਼ਨ ਕਰ ਸਕਣ। ਜੀ ਜੀ। ਤੇ ਅੱਜ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਫੰਡਾਮੈਂਟਲ ਮੈਂ ਡਿਸਕਸ ਕਰਨਾ ਚਾਹੁੰਦੀ ਹਾਂ ਉਹ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ ਅਪੀਲ ਹੈ ਰੇਡੀਓ ਹਾਂਜੀ ਦੇ ਮਾਧਿਅਮ ਤੋਂ। ਸਭ ਤੋਂ ਪਹਿਲਾਂ ਜਿਹੜਾ ਕਿ ਸਭ ਤੋਂ ਇੰਪੋਰਟੈਂਟ ਆਸਪੈਕਟ ਹੈਗਾ ਉਹ ਹੈ ਕਿ ਕੁਛ ਵਰਡਸ ਨੇ ਜਿਹੜੇ ਅਸੀਂ ਗਲਤ ਪ੍ਰੋਨਾਊਂਸ ਕਰਦੇ ਹਾਂ ਤੇ ਗਲਤ ਸਪੈਲ ਕਰਦੇ ਹਾਂ। ਉਹਨਾਂ 'ਚੋਂ 2 ਪ੍ਰੋਮੀਨੈਂਟ ਵਰਡਸ ਆ ਜਿਹੜੇ ਆਪਾਂ ਡਿਸਕਸ ਕਰਾਂਗੇ। ਪਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਜ਼ਰੂਰ ਆਪਣੇ ਆਸਟ੍ਰੇਲੀਆ 'ਚ ਵਸਦੇ ਸਾਰੇ ਭੈਣਾਂ ਤੇ ਵੀਰਾਂ ਨੂੰ ਅਪੀਲ ਕਰਨਾ ਚਾਹਾਂਗੀ ਇਸ ਮਾਧਿਅਮ ਤੋਂ ਕਿ ਸਾਰੇ ਜਣੇ ਰਲ ਕੇ ਅੱਜ ਕੋਸ਼ਿਸ਼ ਕਰੋ ਕਿ ਆਸਟ੍ਰੇਲੀਅਨ ਸੈਂਸਸ ਦੇ ਵਿੱਚ ਆਪਣੀ ਮਾਂ ਬੋਲੀ ਦਰਜ ਕਰਾ ਸਕੋ। ਚਾਹੇ ਤੁਸੀਂ ਪੰਜਾਬੀ ਬੋਲਦੇ ਹੋ, ਚਾਹੇ ਤੁਸੀਂ ਹਿੰਦੀ ਬੋਲਦੇ ਹੋ, ਚਾਹੇ ਤੁਸੀਂ ਗੁਜਰਾਤੀ ਬੋਲਦੇ ਹੋ, ਵਟ ਐਵਰ ਲੈਂਗੁਏਜ ਯੂ ਸਪੀਕ ਯੂ ਮਸਟ go online and register your language in question number 16 in the form. This is imperative on our part and we must do this. Otherwise, it will be very difficult for us in the times to come to make our presence felt in this country. So ਕੋਸ਼ਿਸ਼ ਕਰੋ ਇਸ ਮਾਧਿਅਮ ਦਾ ਇਸਤੇਮਾਲ ਕਰਕੇ ਜ਼ਰੂਰ ਸਾਰੇ ਆਪਣੇ ਮਾਂ ਬੋਲੀ ਨੂੰ ਦਰਜ ਕਰਾਓ। ਤੇ ਜ਼ਿਆਦਾ ਹਾਈਲਾਈਟਸ ਵਾਸਤੇ ਤੁਹਾਨੂੰ ਗੁਰਜੋਤ ਦੱਸ ਸਕਦੇ ਨੇ ਰੇਡੀਓ ਹਾਂਜੀ ਦੇ ਪੇਜ ਤੇ ਜਾਓ ਤੇ ਮੇਰੀ ਹੀ ਆਵਾਜ਼ ਦੇ ਵਿੱਚ ਇੱਕ ਵੀਡੀਓ ਸ਼ੇਅਰ ਹੋਇਆ ਜਿਹਦੇ ਵਿੱਚ ਪੰਜਾਬੀ ਵਿੱਚ ਇੱਕ ਪੁਆਇੰਟ ਐਕਸਪਲੇਨ ਕੀਤਾ ਹੋਇਆ ਹੈ ਕਿ ਅਸੀਂ ਮਰਦਮਸ਼ੁਮਾਰੀ ਦਾ ਹਿੱਸਾ ਕਿਵੇਂ ਬਣ ਸਕਦੇ ਹਾਂ। ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਉਹਨੂੰ ਵੱਧ ਤੋਂ ਵੱਧ ਸਮਝਣ ਦੀ ਕੋਸ਼ਿਸ਼ ਕਰੋ ਤੇ ਆਪਣੇ ਪੰਜਾਬੀ ਭੈਣਾਂ ਭਰਾਵਾਂ ਤੱਕ ਪਹੁੰਚਾਓ ਤਾਂ ਕਿ ਅਸੀਂ ਮਰਦਮਸ਼ੁਮਾਰੀ 'ਚ ਹਿੱਸਾ ਬਣ ਕੇ ਆਪਣੀ ਮਾਂ ਬੋਲੀ ਨੂੰ ਮਾਣ ਦਵਾ ਸਕੀਏ। ਜੀ ਬਿਲਕੁਲ ਜੀ ਵਾਕਈ। ਔਰ ਇਹ ਬਾਰ-ਬਾਰ ਨਹੀਂ ਮੌਕੇ ਆਉਂਦੇ ਜੀ। ਤੁਹਾਨੂੰ ਕਾਫੀ ਸਮੇਂ ਬਾਅਦ 2011 ਦੇ ਵਿੱਚ ਮਰਦਮਸ਼ੁਮਾਰੀ ਹੋਈ ਸੀਗੀ, ਉਸ ਤੋਂ ਬਾਅਦ ਹੁਣ 2016 ਦੇ ਵਿੱਚ 2016 ਦੇ ਵਿੱਚ ਹੁਣ ਇਹ ਮਰਦਮਸ਼ੁਮਾਰੀ ਹੋ ਰਹੀ ਆ, ਸੈਂਸਸ ਹੋ ਰਿਹਾ। ਦੋਸਤੋ ਇਹ ਬਹੁਤ ਜ਼ਰੂਰੀ ਆ। ਇਹ ਨਾ ਇਹ ਸਿਰਫ ਇਸ ਕਰਕੇ ਨਹੀਂ ਜ਼ਰੂਰੀ ਕਿ ਅਸੀਂ ਆਪਣੀ ਪੰਜਾਬੀ ਲੈਂਗੁਏਜ ਲਿਖਾਉਣੀ ਆ ਜਾਂ ਇਹ ਸਰਕਾਰਾਂ ਨੂੰ ਇਹ ਮਦਦ ਕਰਦਾ ਆ ਇਹ ਜਾਣਨ ਦੇ ਲਈ ਕਿ ਇੱਥੇ ਕਿਹੜੀ ਭਾਸ਼ਾ ਬੋਲਣ ਵਾਲੇ ਲੋਕ ਰਹਿੰਦੇ ਨੇ। ਸੋ ਤੁਹਾਡੇ ਲਈ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿ ਤੁਸੀਂ ਆਪਣੀ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਕਿ ਇੰਨੇ ਪੰਜਾਬੀ ਵਾਲੇ ਨੇ, ਇੰਨੇ ਇੰਡੀਅਨਸ ਨੇ ਜਿਹੜੇ ਇਸ ਵਕਤ ਇੱਥੇ ਆਸਟ੍ਰੇਲੀਆ 'ਚ ਰਹਿ ਰਹੇ ਨੇ, ਉਹਨਾਂ ਦੀਆਂ ਕੀ ਲੋੜਾਂ ਨੇ। ਸਾਡੀਆਂ ਲੋੜਾਂ ਇਸ ਸੈਂਸਸ ਦੇ ਆਧਾਰ ਦੇ ਉੱਤੇ ਤੈਅ ਹੋ ਸਕਦੀਆਂ ਨੇ। ਸੋ ਬਹੁਤ ਜ਼ਰੂਰੀ ਹੈ ਦੋਸਤੋ ਇਹ ਸੈਂਸਸ ਭਰਨਾ।
ਬੇਨਤੀ ਰੇਡੀਓ ਹਾਂਜੀ ਦੇ ਮਾਧਿਅਮ ਵੱਲੋਂ। ਸੋ ਜਿਵੇਂ ਡਾਕਟਰ ਸਿੰਘ ਨੇ ਵੀਡੀਓ ਵੀ ਬਣਾ ਕੇ ਸਾਡੇ ਲਈ ਭੇਜਿਆ ਸੀਗਾ, ਸੋ ਤੁਸੀਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ। ਇੱਕ ਬੇਨਤੀ ਹੈ ਜੀ, ਸਿਰਫ ਨਾ ਵੀਡੀਓ ਵੇਖੋ ਹੀ ਨਾ। ਮੈਂ ਬਹੁਤ ਸਾਰੇ ਹਜੇ ਵੀ ਡਾਕਟਰ ਸਿੰਘ, ਇਹ ਵੀ ਬੜੀ ਵੱਡੀ ਟਰਬਲ ਚੱਲ ਰਹੀ ਆ। ਮੇਰਾ ਤੇ ਇਹ ਮਨ ਬਣਿਆ ਸੀ ਇੱਕ ਵੀਡੀਓ ਇਹ ਬਣਾਵਾਂ ਕਿ ਵੀਡੀਓਜ਼ ਬਣਾਉਣ ਵਾਲਿਆਂ ਨੇ ਇੰਨੀਆਂ ਮਿਹਨਤਾਂ ਕੀਤੀਆਂ ਨੇ, ਇੰਨੇ ਥਾਵਾਂ ਦੇ ਉੱਤੇ ਵੀਡੀਓਜ਼ ਬਣੇ ਨੇ, ਪਰ ਫਿਰ ਵੀ ਬੜੇ ਲੋਕ ਇਹ ਨੇ ਜਿਹੜੇ ਸਿਰਫ ਸ਼ੇਅਰ ਕਰ ਰਹੇ ਨੇ, ਉਹਨਾਂ ਹਜੇ ਤੱਕ ਆਪਣਾ ਸੈਂਸਸ ਨਹੀਂ ਭਰਿਆ ਹੋਇਆ। ਹਾਂਜੀ ਹਾਂਜੀ, ਔਰ ਗੁਰਜੋਤ ਜੀ ਮੈਂ ਇੱਥੇ ਮੈਂਸ਼ਨ ਕਰਨਾ ਚਾਹਾਂਗੀ, ਅੱਜ ਇਹ ਸਾਡਾ ਫਰਜ਼ ਵੀ ਬਣਦਾ, ਚਾਹੇ ਵੀ ਆਰ ਟਾਕਿੰਗ ਅਬਾਊਟ ਇੰਗਲਿਸ਼ ਐਂਡ ਇੰਗਲਿਸ਼ ਲੈਂਗੁਏਜ। Let me talk in English on this so that people who are joining this medium through various languages, it is imperative on our part to fill the Australian census today. And Radio Hanji has a video which can be shared with a lot of Punjabi friends who don't even know what is census. ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ ਮਰਦਮਸ਼ੁਮਾਰੀ ਹੁੰਦੀ ਕੀ ਹੈ। ਕੋਸ਼ਿਸ਼ ਕਰੋ ਕਿ ਇਹ ਨਾਲ ਗ੍ਰਾਮਰ ਕਲਾਸ ਚੱਲਣੀ ਹੈ, ਤਾਂ ਰਾਤੀ ਰਿਪੀਟ ਵੀ ਆਉਣਾ, ਅਸੀਂ ਰਿਪੀਟ ਵੀ ਸੁਣ ਸਕਦੇ ਹਾਂ, ਪਰ ਹੁਣ ਕੋਸ਼ਿਸ਼ ਕਰੋ ਉਹ ਵੀਡੀਓ ਸ਼ੇਅਰ ਕਰਕੇ ਸਾਰਿਆਂ ਤੱਕ ਭੇਜੋ, ਤਾਂ ਕਿ ਆਸਟ੍ਰੇਲੀਅਨ ਸੈਂਸਸ ਦੇ ਵਿੱਚ ਮਰਦਮਸ਼ੁਮਾਰੀ ਦੇ ਵਿੱਚ ਅਸੀਂ ਜ਼ੋਰਾਂ ਸ਼ੋਰਾਂ ਦੇ ਨਾਲ ਹਿੱਸਾ ਲੈ ਸਕੀਏ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਲੈਂਗੁਏਜ ਉਸ ਲਿਸਟ ਵਿੱਚ ਪਵਾ ਕੇ ਹੀ ਦਮ ਲਈਏ ਜੀ। ਸੋ ਇਹ ਬਹੁਤ ਇੰਪੋਰਟੈਂਟ ਹੈ। ਤੇ ਨਾਲ ਹੀ ਨਾਲ ਯੂ ਕੈਨ ਸ਼ੇਅਰ ਦ ਵੀਡੀਓ ਫਰੋਮ ਸਿੰਘ ਆਇਲਸ ਜਿਹੜੀ ਇੰਗਲਿਸ਼ ਦੇ ਵਿੱਚ ਕੀਤੀ ਗਈ ਹੈ ਮਰਦਮਸ਼ੁਮਾਰੀ ਤੇ, ਆਪਣੇ ਨਾਨ ਪੰਜਾਬੀ ਫਰੈਂਡਸ ਵਾਸਤੇ। ਦੈਟ ਇਜ਼ ਫॉर ਨਾਨ ਪੰਜਾਬੀ ਫਰੈਂਡਸ ਹੂ ਡੋਂਟ ਅੰਡਰਸਟੈਂਡ ਇੰਗਲਿਸ਼। ਤੁਸੀਂ ਇਹ ਦੋਨੋਂ ਵੀਡੀਓਜ਼ ਦਾ ਸਹਾਰਾ ਲੈ ਸਕਦੇ ਹੋ, ਪਰ ਹੁਣੇ ਹੀ ਇੱਕ ਕੰਮ ਜ਼ਰੂਰ ਕਰਿਓ, ਬਹੁਤ ਚੰਗਾ ਲੱਗੇਗਾ ਸਾਨੂੰ। ਰੇਡੀਓ ਹਾਂਜੀ ਦੇ ਪੇਜ ਤੇ ਜਾਓ, ਵੀਡੀਓ ਸ਼ੇਅਰ ਕਰੋ, ਫਿਰ ਸਾਨੂੰ ਏਦਾਂ ਲੱਗੇਗਾ ਕਿ ਸਾਡੇ ਵੀਰਾਂ ਭੈਣਾਂ ਨੇ ਸਾਡੀ ਪੁਕਾਰ ਸੁਣੀ ਤੇ ਲੋਕਾਂ ਤੱਕ ਉਹ ਪਹੁੰਚਾਈ, ਤਾਂ ਕਿ ਅਸੀਂ ਮਰਦਮਸ਼ੁਮਾਰੀ ਦਾ ਹਿੱਸਾ ਵਧੀਆ ਤਰੀਕੇ ਨਾਲ ਬਣ ਸਕੀਏ। ਜੀ ਬਿਲਕੁਲ ਜੀ, ਅਸੀਂ ਇਹੀ ਆਸ ਕਰਦੇ ਹਾਂ ਜੀ ਤੁਹਾਡੇ ਕੋਲੋਂ ਕਿ ਤੁਸੀਂ ਇਹ ਸਾਰਾ ਕੁਝ ਕਰੋਗੇ ਜਿਵੇਂ ਡਾਕਟਰ ਸਿੰਘ ਨੇ ਕਿਹਾ। ਬੇਨਤੀ ਇਹੋ ਹੈ ਜੀ, ਮੈਂ ਫਿਰ ਦੁਬਾਰਾ ਕਰਦਾ ਹਾਂ, ਇਹਨਾਂ ਨੇ ਬਹੁਤ ਮਿਹਨਤ ਕਰਕੇ ਸਾਡੇ ਲਈ ਇਹ ਵੀਡੀਓਜ਼ ਬਣਾਈਆਂ ਨੇ। ਇਹਨਾਂ ਨੂੰ ਕੀ ਭੀੜ ਪਈ ਸੀ ਕਿ ਘਰ ਬਹਿ ਕੇ ਵੀਡੀਓਜ਼ ਬਣਾਉਣ ਜਾਂ ਸਾਡੇ ਲਈ ਇਹ ਸਾਰਾ ਕੁਝ ਕਰਨ। ਹੁਣ ਜੇ ਇਹਨਾਂ ਨੇ ਕੀਤਾ ਆ, ਇਹਨਾਂ ਦਾ ਆਖਾ ਲੱਗ ਕੇ ਅਸੀਂ ਐਟਲੀਸਟ ਆਪਣਾ ਸੈਂਸਸ ਤੇ ਭਰੀਏ। ਸੋ ਬੇਨਤੀ ਇਹੀ ਹੈ ਜੀ, ਦੁਬਾਰਾ ਫਿਰ ਉਹੀ ਆਉਂਦੀ ਆ ਗੱਲ ਬਾਰ-ਬਾਰ, ਜਿਨ੍ਹਾਂ ਨੇ ਨਹੀਂ ਭਰਿਆ, ਚਾਹੇ ਉਹ ਸਟੂਡੈਂਟ ਨੇ, ਕੋਈ ਏਡੇ ਹਾਰਡ ਕੁਐਸਚਨ ਨਹੀਂ ਆ, ਕੋਈ ਇੱਦਾਂ ਦਾ ਹੈ ਨਹੀਂ ਆ ਕਿ ਕਿਸੇ ਨੇ ਤੁਹਾਨੂੰ ਇਹਨਾਂ ਕੁਐਸਚਨਸ ਦੇ ਉੱਤੇ ਆ ਕੇ ਫੜ ਲੈਣਾ ਆ। ਪਰ ਪਲੀਜ਼ ਸੈਂਸਸ ਭਰੋ, ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਇੱਥੇ ਕਿੰਨਾ ਤੇ ਕਿਹੜਾ ਭਾਈਚਾਰਾ ਉਹਨਾਂ ਕੋਲ ਰਹਿ ਰਿਹਾ, ਉਹਨਾਂ ਦੀਆਂ ਕੀ ਲੋੜਾਂ ਨੇ। ਇਹਦੇ ਆਧਾਰ ਦੇ ਉੱਤੇ ਬਹੁਤ ਕੁਝ ਹੱਲ ਹੋਏਗਾ, ਪਰ ਇਹ ਫਸਟ ਸਟੈਪ ਆ। ਪਲੀਜ਼ ਇਹਨੂੰ ਜ਼ਰੂਰ 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 ਕਰੋ। ਹਾਂਜੀ ਹਾਂਜੀ ਬਿਲਕੁਲ। ਐਂਡ ਦਿਸ ਇਜ਼ ਓਪਨ ਟੂ ਆਲ ਸਟੂਡੈਂਟਸ, ਪਰਮਾਨੈਂਟ ਰੈਜ਼ੀਡੈਂਟਸ, ਟੈਂਪਰਰੀ ਰੈਜ਼ੀਡੈਂਟਸ, ਸਾਰਿਆਂ ਵਾਸਤੇ ਓਪਨ ਹੈ। ਹਰ ਕੋਈ ਇਹਦੇ ਵਿੱਚ ਸ਼ਿਰਕਤ ਕਰ ਸਕਦਾ। ਬਿਲਕੁਲ ਜੀ। ਤੇ ਹੁਣ ਆਪਾਂ ਆਉਂਦੇ ਹਾਂ ਜਿਹੜਾ ਅੱਜ ਮੇਨ ਇੱਕ ਪੁਆਇੰਟ ਡਿਸਕਸ ਕਰਨਾ ਹੈ, ਔਰ ਮੈਂ ਪਹਿਲੇ ਖਿਮਾ ਦੀ ਜਾਚਕ ਬਣ ਜਾਵਾਂ ਕਿ ਮੈਂ ਦੋ ਮੇਜਰ ਵਰਡਸ ਪੁਆਇੰਟ ਆਊਟ ਕਰਨ ਲੱਗੀ ਹਾਂ ਜਿਹੜੇ ਸਮਾਜ ਦੇ ਵਿੱਚ ਬਹੁਤ ਤੁਰਦੇ ਫਿਰਦੇ ਨੇ, ਸਾਡੇ ਟੈਕਸਟ ਮੈਸੇजेस ਤੇ, ਸਾਡੇ ਸੋਸ਼ਲ ਮੀਡੀਆ ਤੇ, ਆਮ ਕਨਵਰਸੇਸ਼ਨ ਦੇ ਵਿੱਚ ਵੀ। ਮੈਂ ਇਹਨਾਂ ਦੋ ਵਰਡਸ ਨੂੰ ਜ਼ਰੂਰ ਕਲੈਰੀਫਾਈ ਕਰਨਾ ਚਾਹੁੰਦੀ ਹਾਂ, ਕਿਉਂਕਿ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੇਰੇ ਭੈਣਾਂ ਤੇ ਮੇਰੇ ਭਰਾਵਾਂ ਨੂੰ ਕਿਤੇ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈ ਜਾਏ। ਪਹਿਲਾ ਵਰਡ ਹੈਗਾ ਜੀ ਮੈਸੇਜ। ਮੈਸੇਜ ਇੱਕ ਵਰਡ ਹੁੰਦਾ ਹੈ, ਪ੍ਰੋਨਾਊਂਸ ਸਾਰੇ ਠੀਕ ਕਰਦੇ ਆ। ਇਹਦੀ ਸ਼ਾਰਟ ਫਾਰਮ ਹੁੰਦੀ ਹੈ MSG ਡਾਟ, ਠੀਕ ਹੈ ਜੀ, ਜਾਂ ਇਹਦੇ ਸਪੈਲਿੰਗਸ ਹੁੰਦੇ ਆ MESSAGE, MESSAGE। ਇਹ ਹੁੰਦਾ ਮੈਸੇਜ। ਬਹੁਤ ਸਾਰੇ ਲੋਕ ਇਹਨੂੰ ਲਿਖ ਦਿੰਦੇ ਆ ਮਸਾਜ, MASSAGE। ਇਹ ਬਿਲਕੁਲ ਹੀ ਵਰਡ ਦਾ ਮੀਨਿੰਗ ਚੇਂਜ ਹੋ ਜਾਂਦਾ ਹੈ, ਔਰ ਜਿਹੜਾ ਤੁਸੀਂ ਮੈਸੇਜ ਭੇਜਿਆ ਹੁੰਦਾ ਹੈ ਉਹ ਮੀਨਿੰਗ ਹੀ ਹੋਰ ਕੱਢ ਦਿੰਦਾ ਹੈ। ਜਦੋਂ ਤੱਕ ਤੇ ਉਹ ਜਾਂਦਾ ਹੈ ਆਪਣੀ ਕਮਿਊਨਿਟੀ 'ਚ, ਸਾਰਿਆਂ ਨੂੰ ਪਤਾ ਹੁੰਦਾ ਤੁਸੀਂ ਕੀ ਲਿਖਿਆ, they can interpret it very easily, right? But when it goes to others, they would be like wondering ਕਿ ਤੁਸੀਂ ਲਿਖਣਾ ਕੀ ਚਾਹ ਰਹੇ ਹੋ। ਸੋ ਇਸ ਕਰਕੇ ਇਸ ਵਰਡ ਦਾ ਜਿਹੜਾ ਸ਼ੁੱਧੀਕਰਨ ਹੈ ਅੱਜ ਕਰ ਲਵੋ। MESSAGE ਮੈਸੇਜ, MASSAGE ਮਸਾਜ। ਸੋ ਇਹਨਾਂ ਦੋਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਅੰਤਰ ਹੈ। ਇਹ ਪਹਿਲਾ ਵਰਡ ਹੈ ਜਿਹੜਾ ਮੇਰੀ ਅੱਜ ਤੁਹਾਡੇ ਅੱਗੇ ਦਰਖਾਸਤ ਹੈ ਕਿ ਤੁਸੀਂ ਇਹਨੂੰ ਨੋਟ ਕਰੋ ਜੀ ਪਲੀਜ਼। ਵਾਕਈ ਜੀ ਤੁਸੀਂ ਇਹ ਬਹੁਤ ਵਧੀਆ ਵਰਡ ਜਿਹੜਾ ਪੁਆਇੰਟ ਆਊਟ ਕੀਤਾ। ਮੁਸ਼ਕਲ ਆਉਂਦੀ ਆ ਕਈ ਵਾਰੀ, ਇਹ ਛੋਟੀਆਂ ਗਲਤੀਆਂ ਨੇ ਜਿਹੜੀਆਂ ਬਾਅਦ ਦੇ ਵਿੱਚ ਸਾਡੇ ਲਈ ਬਹੁਤ ਵੱਡਾ ਖਮਿਆਜ਼ਾ ਸਾਨੂੰ ਇਹਨਾਂ ਦਾ ਭੁਗਤਣਾ ਪੈਂਦਾ ਜੀ। ਨਾ ਹੁਣ ਰਾਦਰ ਹੁੰਦਾ, ਜਿਹੜੇ ਇਹਨੇ ਪੈਰ ਨਹੀਂ ਵੀ ਰੱਖਿਆ ਹੁੰਦਾ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਲੋਕ ਅਕਸਰ ਗੱਲ ਕਰਦੇ ਆ ਕਿ ਮਾਈਟ ਤੇ ਅਕਸਰ ਮੈਂ ਦੇਖਦੀ ਹਾਂ ਕਿ ਸਾਨੂੰ ਮੈਸੇजेस ਆਉਂਦੇ ਆ ਇਹ ਲਿਖਿਆ ਹੋਇਆ
hey might can you please tell your fees, ਤੇ might ਦੇ ਸਪੈਲਿੰਗ ਲਿਖੇ ਹੁੰਦੇ ਉਹਨਾਂ ਨੇ MIGHT। ਜੀ। ਤੇ ਇਹ ਪੜ੍ਹ ਕੇ ਕਈ ਵਾਰੀ ਬਹੁਤ ਟ੍ਰੈਜਿਕ ਜਿਹਾ ਮਹਿਸੂਸ ਹੁੰਦਾ ਹੈ। ਕੋਸ਼ਿਸ਼ ਕਰੀਦੀ ਹੈ ਕਿ ਇੰਪਰੂਵ ਕਰ ਦਈਦਾ ਉਸੇ ਵੇਲੇ ਮੈਸੇਜ ਦੇ ਉੱਪਰ, ਜੇ ਅਗਲਾ ਮਾਈਂਡ ਨਾ ਕਰੇ। ਮਾਈਟ ਤਾਂ ਪਹਿਲਾ ਵਰਡ ਹੀ ਨਹੀਂ ਹੈ, ਸਾਡੀ ਜਿਹੜੀ ਅਸੀਂ ਪ੍ਰੋਨਾਂਸੀਏਸ਼ਨ ਯੂਜ਼ ਕਰਦੇ ਹਾਂ ਉਹ 'ਚ ਮੇਟ ਹੁੰਦਾ, ਠੀਕ ਹੈ। ਉਹ ਜਿਹੜੀ ਬ੍ਰਿਟਿਸ਼ ਕੰਪਲੀਟ ਬ੍ਰਿਟਿਸ਼ ਆਸਟ੍ਰੇਲੀਅਨ ਐਕਸੈਂਟ ਦਾ ਕੰਬੀਨੇਸ਼ਨ ਹੈ, ਕਹਿੰਦੇ ਮਾਈਟ, ਇਟਸ ਨਾਟ ਮਾਈਟ, ਇਟਸ ਮਾਈਟ, ਰਾਈਟ। ਸੋ ਦ ਸਪੈਲਿੰਗਸ ਫॉर दैट इज MATE, not MIGHT. MIGHT is wrong. MATE is right. Right? So ਇਹਦਾ ਅੱਜ ਸ਼ੁੱਧੀਕਰਨ ਜ਼ਰੂਰ ਕਰ ਲਿਓ, ਕਿਉਂਕਿ ਮੈਂ ਬੜੀ ਦੇਰ ਤੋਂ ਸੋਚਦੀ ਸੀ ਕਿ ਇਹਨਾਂ ਦੋਨਾਂ ਵਰਡਸ ਤੇ ਡਿਸਕਸ਼ਨ ਕੀਤੀ ਜਾਵੇ। ਸੋ ਅੱਜ ਮੈਨੂੰ ਮੌਕਾ ਮਿਲਿਆ ਤੇ ਮੈਂ ਇਹਦੇ ਤੇ ਕਨਸੈਂਟਰੇਟ ਕੀਤਾ। ਠੀਕ ਹੈ ਗੁਰਜੋਤ? ਬਹੁਤ ਵਧੀਆ ਜੀ, ਬਹੁਤ ਵਧੀਆ। ਹੁੰਦਾ ਨਾ ਇਸ ਤਰ੍ਹਾਂ? ਬਿਲਕੁਲ ਬਿਲਕੁਲ ਜੀ, ਹੁੰਦਾ, ਬਹੁਤ ਜ਼ਿਆਦਾ ਹੁੰਦਾ ਆ। ਇਹ ਛੋਟੀਆਂ ਗਲਤੀਆਂ ਮੈਂ ਖੁਦ ਬਹੁਤ ਕਰਦਾ ਹਾਂ, ਤੇ ਮੈਂ ਤਾਂ ਕਰਕੇ ਆਪਣੇ ਮਨ 'ਚ ਹੱਸ ਵੀ ਰਿਹਾ ਵਾਂ ਵੀ ਨਹੀਂ ਠੀਕ ਆ, ਇਹ ਗਲਤੀਆਂ ਨਾ ਸਿਰਫ ਸਾਡੇ ਸਰੋਤਿਆਂ ਦੀਆਂ ਸੁਧਰ ਰਹੀਆਂ ਨੇ, ਮੇਰੀਆਂ ਵੀ ਥੋੜ੍ਹੀਆਂ ਨਾਲ ਰਹੀਆਂ। ਦੇਖੋ ਗੁਰਜੋਤ, ਪਤਾ ਕੀ ਹੁੰਦਾ, ਕਦੀ ਜਦੋਂ ਆਪਾਂ ਸਮਾਜ ਦੇ ਵਿੱਚ ਵਿਚਰ ਰਹੇ ਹੁੰਦੇ ਆ, ਪੜ੍ਹ ਰਹੇ ਹੁੰਦੇ ਆ, ਆਪਣਾ ਕੰਮ ਕਰ ਰਹੇ ਹੁੰਦੇ ਆ, ਕਈ ਲੋਕ ਨਾ ਓਪਨ ਹੁੰਦੇ ਨੇ ਮਿਸਟੇਕਸ ਲਈ, ਵੀ ਕਿਸੇ ਨੇ ਕਿਸੇ ਨੂੰ ਪੁਆਇੰਟ ਆਊਟ ਕੀਤਾ ਤੇ ਉਹਨੇ ਉਸੇ ਵੇਲੇ ਠੀਕ ਕਰ ਲਈ ਜੀ, ਠੀਕ ਹੈ। ਕਈ ਲੋਕ ਨਹੀਂ ਸੁਣਨਾ ਚਾਹ ਰਹੇ ਹੁੰਦੇ, ਕਈ ਕਹਿੰਦੇ ਵੀ ਲਾਈਕ ਵੀ ਨੋ ਐਵਰੀਥਿੰਗ, ਯੂ ਆਰ ਰੋਂਗ। ਤੇ ਉਸ ਐਟੀਟਿਊਡ ਦੇ ਵਿੱਚ ਕੀ ਹੁੰਦਾ ਕਿ ਅਸੀਂ ਇੱਕ ਦੂਜੇ ਨੂੰ ਸੁਧਾਰ ਨਹੀਂ ਪਾਉਂਦੇ ਜੀ। ਸੋ ਨੋਬਡੀ ਇਜ਼ ਪਰਫੈਕਟ, ਹੈ ਨਾ। ਪਰ ਕੁਛ ਚੀਜ਼ਾਂ ਹੁੰਦੀਆਂ ਜਿਹੜੀਆਂ ਕਿਸੇ ਨੂੰ ਪਤਾ ਹੁੰਦੀਆਂ ਤੇ ਦੂਜੇ ਨੂੰ ਦੱਸ ਦਿੱਤੀਆਂ ਜਾਣ, ਤੇ ਮੈਂ ਸਮਝਦੀ ਹਾਂ ਕਿ ਠੀਕ ਗੱਲ ਹੈਗੀ ਹੈ ਜੀ। ਤੁਸੀਂ ਇਮੈਜਿਨ ਨਹੀਂ ਕਰ ਸਕਦੇ ਜਿੱਥੇ ਮੈਂ ਬੈਠੀ ਹੋਈ ਹਾਂ ਇਸ ਵਕਤ ਜੀ, ਇਹ ਮੇਰੀ ਫੇਵਰੇਟ ਸੀਟ ਹੈ, ਔਰ ਇਹਦੇ ਤੇ ਬੈਠ ਕੇ ਹੀ ਮੈਂ ਆਇਲਸ ਜਿਹੜੀ ਹੈਗੀ ਹੈ ਸਭ ਤੋਂ ਜ਼ਿਆਦਾ ਪੜ੍ਹਾਈ ਹੈ, ਔਰ ਇਹ ਮੇਰੀ ਫੇਵਰੇਟ ਜਗ੍ਹਾ ਹੈਗੀ ਹੈ ਜਿੱਥੇ ਇਸ ਟਾਈਮ ਮੈਂ ਤੁਹਾਡੇ ਨਾਲ ਗੱਲਬਾਤ ਬਹੁਤ ਕਰ ਰਹੀ ਹਾਂ। ਬਹੁਤ ਖੂਬ ਜੀ। ਤੇ ਅੱਜ ਆਪਾਂ ਥੋੜਾ ਜਿਹਾ ਨਾ ਗ੍ਰਾਮਰ ਦਾ ਜਿਹੜਾ ਟੱਚ ਹੈਗਾ ਉਹਦੇ ਤੇ ਗੱਲ ਕਰੀਏ। ਇੱਕ ਨਾ ਵਰਡ ਹੁੰਦਾ ਜੀ, ਸਾਰਿਆਂ ਨੇ ਸੁਣਿਆ ਹੋਏਗਾ, ਜਿਹਨੂੰ ਅਸੀਂ ਕਹਿ ਦਿੰਦੇ ਹੈਗੇ ਆ ਐਡਜੈਕਟਿਵ। ਇਹਦੇ ਬਾਰੇ ਮੈਂ ਲਾਸਟ ਪ੍ਰੋਗਰਾਮ ਦੇ ਵਿੱਚ ਮੈਂਸ਼ਨ ਵੀ ਕੀਤਾ ਸੀ, ਜਿਨ੍ਹਾਂ ਨੇ ਹੋਰ ਡਿਟੇਲਸ ਲੈਣੀਆਂ ਹੋਣ ਉਹ ਪਿਛਲਾ ਪ੍ਰੋਗਰਾਮ ਸੁਣ ਸਕਦੇ ਆ। ਉਹਦੇ ਵਿੱਚ ਐਡਜੈਕਟਿਵ ਦੱਸਿਆ ਸੀ ਕਿ ਡਿਸਕ੍ਰਾਈਬਿੰਗ ਵਰਡਸ ਨੂੰ ਐਡਜੈਕਟਿਵ ਕਿਹਾ ਜਾਂਦਾ, ਪੰਜਾਬੀ ਵਿੱਚ ਉਹਨੂੰ ਵਿਸ਼ੇਸ਼ਣ ਆਖਦੇ ਆ। All the words that describe the noun are adjectives. Okay. So today we will talk about the order of adjectives. How adjectives are used, how adjectives are taken into consideration. ਉਹ ਅਸੀਂ ਗੱਲ ਕਰਾਂਗੇ। ਉਹਦੇ ਵਿੱਚ ਸਭ ਤੋਂ ਇੰਪੋਰਟੈਂਟਲੀ ਅਸੀਂ ਕੀ ਗੱਲ ਕਰਾਂਗੇ? We will talk about the origin first. Origin, ਜਦੋਂ ਅਸੀਂ origin ਦੀ ਗੱਲ ਕਰਦੇ ਹਾਂ ਉਹਦੇ ਵਿੱਚ ਅਸੀਂ ਕਹਿੰਦੇ ਹਾਂ Indian, right? English, Chinese, Australian, Indonesian, Aboriginal, Thai, Japanese, Korean, in Renaissance, Olympic, European, French, American, Canadian. ਇਹ origin ਹੈ। ਕੁਝ origins ਹੈਗੀਆਂ ਜਿਨ੍ਹਾਂ ਦਾ ਸਾਨੂੰ knowledge ਹੋਣੀ ਜ਼ਰੂਰੀ ਹੁੰਦੀ ਹੈ। ਇੱਕ ਹੁੰਦਾ ਹੈ ਕਿ ਅਸੀਂ ਕਿਸੇ ਚੀਜ਼ ਨੂੰ ਕੁਆਲੀਫਾਈ ਕਰਦੇ ਹਾਂ ਕਿਸੇ ਕੰਪਾਊਂਡ ਨੂੰ, ਜਿਵੇਂ ਬਿਜ਼ਨਸ, ਡਾਈਨਿੰਗ, ਮੋਟਰ, ਬੇਸਬਾਲ, ਫੁੱਟਬਾਲ, ਫੈਸ਼ਨ, ਡਰੈਸਿੰਗ, ਬਿਲਡਿੰਗ। ਜਦੋਂ ਕਿਸੇ ਨਾਉਨ ਦੇ ਨਾਲ ING ਲਾਉਂਦੇ ਆ, ਉਹਨੂੰ ਕੰਪਾਊਂਡ ਨਾਉਨ ਬਣਾਉਂਦੇ ਆ, ਫਿਰ ਉਹਦਾ ਕੁਆਲੀਫਾਇਰ ਇੱਕ ਵਰਡ ਐਡ ਕਰਦੇ ਆ, ਜਿਵੇਂ ਬਿਗ ਬਿਜ਼ਨਸ, ਸਮਾਲ ਬਿਜ਼ਨਸ, ਡਾਈਨਿੰਗ ਆਊਟ, ਮੋਟਰ ਬਾਈਕ, ਮੋਟਰਸਾਈਕਲ, ਮੋਟਰ ਕਾਰ ਕਰਦੇ ਆ ਨਾ ਇਸ ਤਰ੍ਹਾਂ। ਬੇਸਬਾਲ ਗੇਮ, ਫੁੱਟਬਾਲ ਗੇਮ, ਫੈਸ਼ਨ ਡਿਜ਼ਾਈਨਰ, ਫੈਸ਼ਨ ਹਟ, ਰਾਈਟ? ਇਸ ਤਰ੍ਹਾਂ ਹੀ ਇਹਨਾਂ ਨੂੰ ਐਡਜੈਕਟਿਵ ਆਖਿਆ ਜਾਂਦਾ ਹੈ। ਫਿਰ ਅਸੀਂ ਇਸੇ ਹੀ ਕੈਟੇਗਰੀ ਦੇ ਵਿੱਚ ਸਾਈਜ਼ ਦੀ ਗੱਲ ਕਰਾਂਗੇ। ਸਾਈਜ਼ ਕਿੰਨੇ ਹੀ ਹੁੰਦੇ ਆ? ਇੱਕ ਤਾਂ ਲੋਕਾਂ ਨੂੰ ਸਾਈਜ਼ ਜਿਹੜਾ ਸਾਨੂੰ ਸਾਰਿਆਂ ਨੂੰ ਇਹੀ ਪਤਾ ਹੁੰਦਾ, ਬਿਗ ਸਾਈਜ਼, ਸਮਾਲ ਸਾਈਜ਼, ਐਕਸਟਰਾ ਲਾਰਜ ਸਾਈਜ਼, ਹੈ ਨਾ? ਐਕਸਟਰਾ ਸਮਾਲ ਸਾਈਜ਼ ਜਾਂ ਮੀਡੀਅਮ, ਇਹੀ ਜਾਣਦੇ ਹਾਂ ਅਸੀਂ ਜੀ। ਐਕਸਟਰਾ ਸਮਾਲ, small, medium, large, extra large, and then lot of large. Double XL, triple XL, 4XL, 5XL, 6XL, 7XL. ਇੱਥੇ ਤਾਂ ਬਹੁਤ ਵੱਡੇ ਵੱਡੇ ਸਾਈਜ਼ਸ ਵੀ ਆਉਂਦੇ ਆ। ਬਟ ਇੰਗਲਿਸ਼ ਦੇ ਵਿੱਚ ਜਦੋਂ ਅਸੀਂ ਇੱਥੋਂ ਦੇ ਲੋਕਾਂ ਦੇ ਨਾਲ ਜਾਂ ਜਿਨ੍ਹਾਂ ਦੀ ਬੈਕਗਰਾਊਂਡ ਇੰਗਲਿਸ਼ ਹੈ ਉਹਨਾਂ ਦੇ ਨਾਲ ਕਨਵਰਸੇਸ਼ਨ 'ਚ ਪੈਂਦੇ ਆ, ਤੇ ਕਈ ਵਾਰੀ ਉਹ ਸਾਈਜ਼ ਕਹਿਣ ਲੱਗਿਆ ਹੀ ਕਈ ਇਹੋ ਜਿਹੇ ਵਰਡਸ ਯੂਜ਼ ਕਰ ਜਾਂਦੇ ਆ ਜਿਨ੍ਹਾਂ ਦਾ ਸਾਨੂੰ ਤਸੱਵੁਰ ਵੀ ਨਹੀਂ ਹੁੰਦਾ
ਅਸੀਂ ਕਦੀ ਸੁਣੇ ਹੀ ਨਹੀਂ ਹੁੰਦੇ, ਜਿਵੇਂ ਪਿਟਾਈਟ, ਹੁਣ ਇਹ ਕੀ ਹੁੰਦਾ, ਜਾਂ ਪਟੀਟ ਇਹਨੂੰ ਕਹਿ ਦਿੰਦੇ ਆ, ਇਹ ਕੀ ਹੁੰਦਾ? ਇਹ ਜਿੱਦਾਂ ਕੁਝ ਲੋਕਾਂ ਦੀ, ਜਿੱਦਾਂ ਅਸੀਂ ਪੈਂਟਸ ਬਾਏ ਕਰਦੇ, ਜਿਵੇਂ ਟਰਾਊਜ਼ਰਸ ਬਾਏ ਕਰਨਗੇ ਤੁਸੀਂ, ਇੱਕ ਉਹਨਾਂ ਦੀ ਲੈਂਥ ਵੀ ਹੁੰਦੀ ਹੈ, ਬ੍ਰੈਥ ਦੇ ਨਾਲ ਨਾਲ ਲੈਂਥ ਵੀ ਹੁੰਦੀ ਹੈ ਨਾ। ਸੋ ਉਹ ਲੈਂਥ ਜਿਹੜੀ ਹੁੰਦੀ ਹੈ ਇੱਕ ਪਟੀਟ ਲੈਂਥ ਆਉਂਦੀ ਹੈ, ਜਾਂ ਪਿਟਾਈਟ ਲੈਂਥ ਕਹਿ ਦਿੰਦੇ ਇਹਨੂੰ। ਇਹ ਉਹ ਲੈਂਥ ਹੁੰਦੀ ਹੈ ਜਿਨ੍ਹਾਂ ਦੀ ਹਾਈਟ ਜਿਹੜੀ ਆ ਮੀਡੀਅਮ ਹੁੰਦੀ ਹੈ, ਤੇ ਉਹਨਾਂ ਵਾਸਤੇ ਇੱਕ ਸਾਈਜ਼ ਬਣਾਇਆ ਹੋਇਆ ਹੈ ਜਿਹਦੇ ਵਿੱਚ ਆਲਟਰੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ, ਉਹ ਪਿਟਾਈਟ ਹੁੰਦੇ ਆ। ਫਿਰ ਟਿਨੀ, ਜਿਹਨੂੰ ਅਸੀਂ ਪਹਿਲਾਂ ਟਾਈਨੀ ਆਖਦੇ ਹੁੰਦੇ ਸੀ, TINY, ਟਿਨੀ। ਫਿਰ ਸਮੌਲ, ਫਿਰ ਲਿਟਲ, ਹੈ ਨਾ। ਫਿਰ ਮਾਈਕਰੋਸਕੋਪਿਕ, ਜਿਹੜੀ ਮਾਈਕਰੋਸਕੋਪ ਦੇ ਨਾਲ ਅਸੀਂ ਦੇਖਾਂਗੇ। ਫਿਰ ਮਿਨੀਏਚਰ, ਛੋਟਾ ਜਿਹਾ ਇੱਕ ਕ੍ਰੀਏਸ਼ਨ ਜਿਹਾ ਅਸੀਂ ਕ੍ਰੀਏਟ ਕਰ ਲੈਂਦੇ, ਉਹਨੂੰ ਅਸੀਂ ਮਿਨੀਏਚਰ ਆਖਦੇ ਹਾਂ। ਜਿਵੇਂ ਹੁਣ ਰੇਡੀਓ ਹਾਂਜੀ ਦਾ ਜਦੋਂ ਵੱਡਾ ਸਟੂਡੀਓ ਬਣੇਗਾ ਤੇ ਉਹਦਾ ਜਿਹੜਾ ਮਾਡਲ ਬਣੇਗਾ, ਜਿਹੜਾ ਛੋਟਾ ਜਿਹਾ ਅਸੀਂ ਮਾਡਲ ਬਣਾ ਕੇ ਰੱਖਾਂਗੇ ਵੀ ਅਸੀਂ ਇੱਦਾਂ ਦਾ ਜਿਹੜੀ ਸਟੂਡੀਓ ਦੀ ਜਿਹੜੀ ਕੰਸਟਰਕਸ਼ਨ ਹੈ ਉਹ ਕਰਨੀ ਹੈ, ਉਹਨੂੰ ਅਸੀਂ ਮਿਨੀਏਚਰ ਕਹਾਂਗੇ। ਨੋਰਮਲ ਕਾਮਨ ਲੈਂਗੁਏਜ ਉਹਨੂੰ ਮਾਡਲ ਵੀ ਆਖਦੇ ਆ, ਬਟ ਵੈਸੇ ਉਹ ਮਿਨੀਏਚਰ ਹੁੰਦਾ ਹੈ। ਆਲਰਾਈਟ ਜੀ। ਛੋਟੀ ਫਾਰਮ ਕਿਸੇ ਵੀ ਵੱਡੀ ਚੀਜ਼ ਦੀ, ਉਹਨੂੰ ਮਿਨੀਏਚਰ ਆਖਦੇ ਆ। ਜਿੱਦਾਂ ਜਦੋਂ ਅਸੀਂ ਬਾਏ ਕਰਨ ਜਾਂਦੇ ਹਾਂ ਬਾਜ਼ਾਰ ਦੇ ਵਿੱਚ ਚੀਜ਼ਾਂ, ਤੇ ਤੁਸੀਂ ਪਰਫਿਊਮਸ ਦੇ ਮਿਨੀਏਚਰਸ ਅਕਸਰ ਖਰੀਦਦੇ ਹੋ ਤਾਂ ਕਿ ਤੁਹਾਡੇ ਕੋਲ ਵੈਰਾਈਟੀ ਆਫ ਫ੍ਰੈਗਰੈਂਸਿਸ ਆ ਜਾਣ, ਹੈ ਨਾ। ਉਹ ਵੀ ਮਿਨੀਏਚਰਸ ਹੁੰਦੇ ਆ ਜੀ, ਹੈ ਨਾ ਗੁਰਜੋਤ? ਬਿਲਕੁਲ। ਆਲਰਾਈਟ। ਫਿਰ ਇੱਕ ਸਾਈਜ਼ ਹੁੰਦਾ ਹਿਊਜ, ਬਹੁਤ ਵੱਡਾ। ਫਿਰ ਹੁੰਦਾ ਗਾਈਜੈਂਟਿਕ ਜਾਂ ਜਾਈਗੈਂਟਿਕ, ਦੋਨਾਂ ਤਰੀਕਿਆਂ ਨਾਲ ਇਹਨੂੰ ਪ੍ਰੋਨਾਉਂਸ ਕੀਤਾ ਜਾਂਦਾ ਹੈ। ਇਹਨੂੰ ਵੀ ਕਹਿੰਦੇ ਆ ਬਹੁਤ ਵੱਡਾ। ਫਿਰ ਵਰਡ ਹੈਗਾ ਅਨੋਰਮਸ, ਬਿਗ। ਅਨੋਰਮਸ ਵੀ ਵੱਡੇ ਨੂੰ ਆਖਿਆ ਜਾਂਦਾ, ਬਿਗ, ਲਾਰਜ, ਸਾਈਜ਼ੇਬਲ ਜਾਂ ਸੀਜ਼ੇਬਲ, ਇਹ ਵੀ ਵੱਡੇ ਨੂੰ ਹੀ ਆਖਿਆ ਜਾਂਦਾ। ਫਿਰ ਸਪੇਸ਼ੀਅਸ, ਕੁਈਨ ਸਾਈਜ਼, ਕਿੰਗ ਸਾਈਜ਼, ਇਹ ਸਾਰਿਆਂ ਨੇ ਸੁਣੇ ਹੋਏ ਸਾਈਜ਼ਸ ਹੈ। ਜਦੋਂ ਹਿਊਜ ਸਾਈਜ਼ ਕਹਿਣਾ ਹੋਏ ਤਾਂ ਉਹਨੂੰ ਅਸੀਂ ਕਿੰਗ ਸਾਈਜ਼ ਕਹਿ ਦਿੰਦੇ ਹਾਂ। ਆਲਰਾਈਟ ਜੀ। ਔਰ ਇਹ ਸੀਗੇ ਸਾਈਜ਼ਸ। ਤੇ ਇਸ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਹੁਣ ਇੱਕ ਜਿਹੜਾ ਐਸੇ ਦਾ ਪੋਰਸ਼ਨ ਹੈ ਉਹਨੂੰ ਲੈ ਲਈਏ। I would wish that you get the same topic in the examination as well. I would try my best to guess it. God bless. And we'll talk about it in a little while. Just give me a moment. ਉਹਦੇ ਤੋਂ ਪਹਿਲਾਂ ਟੌਪਿਕ ਦੱਸਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਮੇਰੀ ਬੇਨਤੀ ਸੀਗੀ ਸਾਰੇ ਹੀ ਜਿਹੜੇ ਆਪਣੇ ਸੁਣਦੇ ਨੇ ਰੇਡੀਓ, ਉਹਨਾਂ ਵਾਸਤੇ ਕਿ ਅਸੀਂ ਟਾਸਕ 1 ਜਿਹੜਾ ਹੈਗਾ ਆਇਲਸ ਦਾ, ਜਿਹਦੇ ਵਿੱਚ ਲੈਟਰ ਔਰ ਪਾਈ ਚਾਰਟਸ, ਗ੍ਰਾਫਸ, ਟੇਬਲਸ ਇਹ ਸਾਰੇ ਆਉਂਦੇ ਆ, ਇਹਨਾਂ ਬਾਰੇ ਵੀ ਅਸੀਂ ਜਲਦ ਹੀ ਜਿਹੜਾ ਉਹ ਇੱਕ ਪ੍ਰੋਗਰਾਮ ਕਰਾਂਗੇ। ਬਹੁਤ ਵਧੀਆ ਗੱਲ ਹੈ ਜੀ। ਮੇਰਾ ਕੁਐਸਚਨ ਜਿਹੜਾ ਅੱਜ ਦਾ ਹੈਗਾ ਉਹ ਹੈ ਸਕੂਲ ਚਿਲਡਰਨ are becoming far too dependent on computers. Full stop. This is having an alarming effect on reading and writing skills. Teachers need to avoid using computers in the classroom at all costs and go back to teaching basic study skills. Teachers need to avoid using computers in the classroom at all costs and go back to teaching basic study skills. Do you agree or disagree? Now the question that they have asked is, teachers need to avoid using computers in the classroom at all costs and go back to teaching basic study skills. Do you agree or disagree? So they are asking you whether in the schools computers should be involved in the classroom teaching, or teachers should teach in a traditional way where reading and writing skills were given prominent importance. So this is the topic. All right? Ji, bilkul. This is a simple topic, but still
this topic would lead us to a lot of challenging things, because it's very difficult to answer an easy question. It's quite easy to answer a difficult question, but it becomes very, very difficult to answer an easy question, because you have to write at least 250 words, and we have very less and limited vocab to write that down. So I would suggest the people who are listening to the radio right now, they must have their notebooks in their hands, and I will give you some vocab that would help you to attempt this essay. Everybody is ready? So the first word that must come in this essay is, I'll give you some words and then I will give you the essays the way I want. A multimedia facility. Note down this, multimedia facility. Then please note down the words vital role, abundant source. Then note down sparse information, lack of communication. Computer is the passion. Computer education is important. और फिर ਤੁਸੀਂ ਇਸ ਤੋਂ ਬਾਅਦ ਲਿਖ ਸਕਦੇ ਹੋ deleterious impact, DELETERIOUS, deleterious impact. Deleterious means harmful, impact means effect. फिर ਉਸ ਤੋਂ बाਅद ਤੁਸੀਂ ਲਿਖੋ millions of websites, millions of websites. Then note down numeric, NUMERIC, numeric. Literary, 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 literary. Numeric and literary. Numeric ਦਾ ਮਤਲਬ ਹੁੰਦਾ ਹੈ mathematical numbers, ਤੇ literary ਹੁੰਦਾ ਹੈ reading and writing. So we can write this numeric and literary skills. Skills ਵਾਸਤੇ ਕੁਝ words ਨੇ ਜਿਹੜੇ ਤੁਸੀਂ ਨੋਟ ਕਰੋ. Skills ਨੂੰ abilities ਵੀ ਕਿਹਾ ਜਾਂਦਾ ਹੈ, skills ਨੂੰ faculties ਵੀ ਕਿਹਾ ਜਾਂਦਾ ਹੈ, ਤੇ skills ਨੂੰ capabilities ਵੀ ਕਿਹਾ ਜਾਂਦਾ ਹੈ, skills ਨੂੰ qualities ਵੀ ਕਿਹਾ ਜਾਂਦਾ ਹੈ, skills ਨੂੰ traits ਵੀ ਕਿਹਾ ਜਾਂਦਾ ਹੈ, ਔਰ skills ਨੂੰ attributes ਵੀ ਕਿਹਾ ਜਾਂਦਾ ਹੈ, skills ਨੂੰ characteristics ਵੀ ਆਖਿਆ ਜਾਂਦਾ ਹੈ. So ਅਸੀਂ ਇਹਨਾਂ ਚੀਜ਼ਾਂ ਨੂੰ ਦੇਖਣਾ ਹੈ. ਇਹ ਸਾਰੇ ਵਰਡਸ ਤੁਸੀਂ ਨੋਟ ਕਰ ਲੈਣੇ ਹੈ, ਤੇ ਨਾਲ ਹੀ ਨਾਲ ਇਹ ਨੋਟ ਕਰਨਾ ਹੈ ਕਿ information revolution, this is an era of information revolution. Information revolution ਦੀ ਗੱਲ ਇਸ ਕਰਕੇ ਸਾਨੂੰ ਕਰਨੀ ਪੈਣੀ ਹੈ ਕਿਉਂਕਿ ਅਸੀਂ ਇਹਦੇ ਵਿੱਚ ਟੀਚਰਸ ਨੂੰ ਇਨਵੋਲਵ ਕਰਨਾ ਹੈ ਇਸ ਐਸੇ ਦੇ ਵਿੱਚ. ਫਿਰ ਅਸੀਂ ਇਹ ਸਭ ਲਿਖਣ ਤੋਂ ਬਾਅਦ ਕੋਸ਼ਿਸ਼ ਕਰਨੀ ਹੈ ਕਿ ਅਸੀਂ ਪਲਾਨ ਬਣਾਈਏ ਕਿ ਐਸੇ ਕਿਵੇਂ ਲਿਖਿਆ ਜਾਏਗਾ, ਕਿਉਂਕਿ ਮੈਨੂੰ ਕੁਝ ਸਟੂਡੈਂਟਸ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਤੁਸੀਂ ਕਲਾਸ ਦੇ ਵਿੱਚ ਸਟਰਕਚਰਾਈਜੇਸ਼ਨ ਕਰਦੇ ਹੋ ਜਾਂ ਸਟਰਕਚਰ ਦੱਸਦੇ ਹੋ, ਇੱਦਾਂ ਰੇਡੀਓ ਤੇ ਵੀ ਦੱਸਿਓ. ਸੋ ਰੇਡੀਓ ਤੇ ਦੱਸਣ ਵਾਸਤੇ ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਅਸੀਂ ਇਸ ਐਸੇ ਨੂੰ 4 ਜਾਂ 5 ਹਿੱਸਿਆਂ 'ਚ ਡਿਵਾਈਡ ਕਰਾਂਗੇ. ਪਹਿਲੇ ਇੰਟਰੋਡਕਸ਼ਨ ਲਿਖਾਂਗੇ, ਫਿਰ ਇੱਕ ਬਾਡੀ ਪਾਰਟ ਲਿਖਾਂਗੇ ਜਿਹਦੇ ਵਿੱਚ ਵਨ ਸਾਈਡਡ ਓਪੀਨੀਅਨ ਦੇਵਾਂਗੇ, ਫਿਰ ਸੈਕਿੰਡ ਸਾਈਡ ਓਪੀਨੀਅਨ ਦੇਵਾਂਗੇ, ਤੇ ਫਿਰ ਓਨ ਓਪੀਨੀਅਨ ਬਣਾਵਾਂਗੇ. ਓਨ ਓਪੀਨੀਅਨ ਤੇ ਕਨਕਲੂਜਨ ਵਾਲੇ ਪੈਰਾਗ੍ਰਾਫ 'ਚ ਫਰਕ ਹੁੰਦਾ ਹੈ. ਕਨਕਲੂਜਨ 'ਚ ਅਸੀਂ ਸੈਂਟਰਲ ਆਈਡੀਆ ਤੇ ਸੁਜੈਸ਼ਨ ਦਿੰਦੇ ਹਾਂ, ਓਨ ਓਪੀਨੀਅਨ ਵਿੱਚ ਜੋ ਵੀ ਅਸੀਂ ਸੋਚਦੇ ਹਾਂ ਉਸ ਟੌਪਿਕ ਬਾਰੇ ਉਹਦਾ ਥੋੜਾ ਵਰਣਨ ਕਰਦੇ ਹਾਂ. ਠੀਕ ਹੈ ਜੀ. ਸੋ ਇਹ ਸਟਰਕਚਰ ਹੋਏਗਾ ਬੇਸਿਕ ਐਸੇ ਦਾ. ਸੋ ਅੱਗੇ ਐਸੇ ਦੇ ਵਿੱਚ ਅਸੀਂ ਲਿਖਣਾ ਕੀ ਹੈ, ਕਿਵੇਂ ਲਿਖਣਾ ਹੈ, ਉਹ ਮੈਂ ਤੁਹਾਨੂੰ ਦੱਸਦੀ ਹਾਂ. ਇਹ ਤੁਸੀਂ ਨੋਟ ਕਰ ਲਿਆ ਹੋਏਗਾ ਆਈ ਬਿਲੀਵ. ਹਾਂਜੀ ਗੁਰਜੋਤ ਜੀ. ਜੀ ਬਿਲਕੁਲ ਜੀ, ਕਿਉਂਕਿ ਇਹ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਵੀ ਆ. ਕਈ ਵਾਰੀ ਜਦੋਂ ਆਪਾਂ ਗੱਲ ਕਰਦੇ ਹਾਂ, ਵੈਸੇ ਵੀ ਸੱਚਾਈ ਇਹ ਹੈ ਕਿ ਆਪਾਂ ਨੂੰ ਇਸ ਟੌਪਿਕ ਦੇ ਬਾਰੇ ਮੈਨੂੰ ਲੱਗਦਾ ਕਿ ਬਹੁਤ ਕੁਝ ਪਤਾ ਆ. ਹੁਣ ਮੁਸ਼ਕਿਲ ਇਹ ਆ ਜਾਂਦੀ ਹੈ ਕਿ ਜਦੋਂ ਕਿਸੇ ਟੌਪਿਕ ਬਾਰੇ ਜ਼ਿਆਦਾ ਪਤਾ ਹੁੰਦਾ ਹੈ ਨਾ, ਫਿਰ ਤੁਸੀਂ ਉਹਨੂੰ ਜ਼ਿਆਦਾ ਵੱਡਾ ਲਿਖਣ ਦੀ ਕੋਸ਼ਿਸ਼ ਕਰਦੇ ਹੋ. ਸੋ ਉਹਦੇ ਵਿੱਚ ਕਿਵੇਂ ਉਹਨੂੰ ਤਰੀਕੇ ਦੇ ਨਾਲ ਰੱਖਣਾ ਆ, ਅਤੇ ਕਿਵੇਂ ਉਹਦਾ ਅਗਲੇ ਪਾਸੇ ਕਿਹੜੇ ਕਿਹੜੇ ਵਰਡਸ ਆਪਾਂ ਯੂਜ਼ ਕਰਨੇ ਆ, ਜਾਂ ਜਿਹਨੂੰ ਕਹਿੰਦੇ ਨਾ ਕਿ ਸੰਖੇਪ ਦੇ ਵਿੱਚ ਲਿਖਣਾ ਅਤੇ ਵਧੀਆ ਲਿਖਣਾ, ਮੈਨੂੰ ਲੱਗਦਾ ਕਿ ਉਹ ਜ਼ਿਆਦਾ ਬੈਟਰ ਰਹੂਗਾ. ਕਿਉਂਕਿ ਇੱਦਾਂ ਦੇ ਟੌਪਿਕ ਲੱਗਦਾ ਹੁੰਦਾ ਹੈ ਕਿ ਇਹਦੇ 'ਤੇ ਮੈਂ ਫੱਟੇ ਚੁੱਕ ਦੇਣੇ ਆ, ਪਰ ਇਹਦੇ ਵਿੱਚ ਹੀ ਆਪਾਂ ਕਈ ਵਾਰੀ ਮਾਰ ਖਾ ਜਾਂਦੇ ਹੁੰਦੇ ਹਾਂ
ਕਿ ਸਾਨੂੰ ਧਿਆਨ ਦੇ ਨਾਲ ਲਿਖਣ ਦੀ ਲੋੜ ਹੁੰਦੀ ਆ, ਬਹੁਤ ਸੋਚ ਸਮਝ ਕੇ ਲਿਖਣ ਦੀ ਲੋੜ ਹੁੰਦੀ ਹੈ ਜੀ। ਹਾਂਜੀ, ਬਹੁਤ ਜ਼ਿਆਦਾ ਇਹਦੇ ਵਿੱਚ ਇਨਵੋਲਵ ਹੁੰਦੀਆਂ ਟੈਕਨੀਕੈਲਿਟੀਜ਼ ਜਿਨ੍ਹਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਮੈਂ ਥੋੜਾ ਜਿਹਾ ਇਸ ਟੌਪਿਕ ਦੇ ਉੱਪਰ ਜਿਹੜੇ ਥੋੜੇ ਜਿਹੇ ਮੈਂ ਸੈਂਟੈਂਸਸ ਤੁਹਾਨੂੰ ਲਿਖਾਣੇ ਨੇ, ਉਹ ਲਿਖਾਉਣ ਤੋਂ ਪਹਿਲਾਂ ਮੈਂ ਇੱਕ ਟੌਪਿਕ ਇਹਦੇ ਨਾਲ ਰਲਦਾ ਮਿਲਦਾ ਹੋਰ ਹੈਗਾ, ਉਹ ਤੁਸੀਂ ਨੋਟ ਜ਼ਰੂਰ ਕਰ ਲੈਣਾ ਤਾਂ ਕਿ ਮੈਂ ਭੁੱਲ ਨਾ ਜਾਵਾਂ ਐਂਡ ਦੇ ਵਿੱਚ। ਇਹ ਵੀ ਬਹੁਤ ਇੱਕ ਇੰਪੋਰਟੈਂਟ ਟੌਪਿਕ ਹੈ ਜਿਹੜਾ ਪੁੱਛ ਲਿਆ ਜਾਂਦਾ ਐਗਜ਼ਾਮ ਦੇ ਵਿੱਚ। ਸੋ ਇਹਨਾਂ ਦੋਨਾਂ ਟੌਪਿਕਸ ਆਨਸਰ ਆਲਮੋਸਟ ਜਿਹੜਾ ਹੈਗਾ ਸੇਮ ਹੀ ਨਿਕਲ ਆਣਾ ਦੋਵਾਂ ਦਾ ਹੀ, ਸੋ ਤੁਸੀਂ ਨੋਟ ਕਰ ਸਕਦੇ ਹੋ ਜੀ। ਟੌਪਿਕ ਹੈਗਾ ਜੀ, ਸਿੰਸ ਟੈਕਨੋਲੋਜੀ ਇਜ਼ ਐਪਲੀਕੇਬਲ ਇਨ ਐਵਰੀ ਫੀਲਡ, ਸਿੰਸ technology is applicable in every field, comma, traditional skills need not be revived. Traditional skills need not be revived. To what extent do you agree to this opinion? To what extent do you agree to this opinion? Substantiate your views with examples. Since technology is applicable in every field, comma, traditional skills need not be revived. To what extent do you agree to this opinion? Substantiate your views with examples. All right? So ਇਹ ਇੱਕ ਐਸੇ ਹੈ ਜਿਹੜਾ ਇਹਦੇ ਨਾਲ ਮਿਲਦਾ ਜੁਲਦਾ ਐਗਜ਼ਾਮ ਦੇ ਵਿੱਚ ਵੀ ਆ ਸਕਦਾ ਹੈ। ਫਿਰ ਜਿਹੜੇ ਮੇਜਰ ਪੁਆਇੰਟਸ ਹੈਗੇ ਆ ਜਿਹੜੇ ਇਸ ਐਸੇ ਦੇ ਵਿੱਚ ਆਪਾਂ ਲਿਖਣੇ ਹੈ, ਜਿਹੜਾ ਅਸੀਂ ਵਿਚਾਰਨਾ ਹੈ, ਉਹ ਇਹ ਹੈਗਾ ਕਿ is the ability to read and write is more important today than in the past and why? ਇਹ ਸਵਾਲ ਵੀ ਬਹੁਤ ਵਾਰੀ ਐਗਜ਼ਾਮੀਨੇਸ਼ਨ ਦੇ ਵਿੱਚ ਪੁੱਛਿਆ ਜਾ ਚੁੱਕਾ। ਠੀਕ ਹੈ ਜੀ। ਸੋ ਮੈਂ ਤੁਹਾਡੇ ਨਾਲ ਕੁਝ ਪੁਆਇੰਟਸ ਸਾਂਝੇ ਕਰਦੀ ਹਾਂ ਜਿਹਦੇ ਬੇਸ ਤੇ ਤੁਸੀਂ ਇਸ ਐਸੇ ਨੂੰ ਲਿਖ ਸਕਦੇ ਹੋ, ਔਰ ਕੋਸ਼ਿਸ਼ ਕਰਿਆ ਕਰੋ ਕਿ ਐਸੇ ਨੂੰ ਪੈਨ ਡਾਊਨ ਕਰਿਆ ਕਰੋ ਪੁਆਇੰਟਸ ਦੀ ਹੈਲਪ ਦੇ ਨਾਲ। ਔਰ ਰੇਡੀਓ ਹਾਂਜੀ ਦੀ ਰੈਫਰੈਂਸ ਦੇ ਨਾਲ ਅਗਰ ਤੁਸੀਂ ਮੈਨੂੰ ਭੇਜੋਗੇ ਮੇਰੀ ਈਮੇਲ ਦੇ ਉੱਪਰ, ਤੇ ਮੈਂ ਜ਼ਰੂਰ ਉਹਦੇ ਤੇ ਫੀਡਬੈਕ ਦੇਣ ਦੀ ਕੋਸ਼ਿਸ਼ ਕਰਾਂਗੀ। ਪਰ observe patience, I can help. At least ਰੇਡੀਓ ਹਾਂਜੀ ਦਾ ਇੱਕ ਡਰਾਅ ਹੈ ਜਿਹੜਾ ਮੈਂ ਇਹਨਾਂ ਨੂੰ ਸੁਜੈਸਟ ਕਰਾਂਗੀ ਗੁਰਜੋਤ ਤੁਹਾਨੂੰ, ਕਿ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾ ਲਈਏ। ਗੁਰਜੋਤ ਜੀ ਜੀ ਹਾਂਜੀ, ਆਉਣ ਵਾਲੇ ਸਮੇਂ 'ਚ ਅਸੀਂ ਇਹ ਪਾ ਲਈਏ ਤੇ ਤੁਸੀਂ ਡਰਾਅ ਕਰ ਲਿਆ ਕਰੋ, ਜਿਨ੍ਹਾਂ ਦਾ ਵੀ ਨਾਮ ਨਿਕਲ ਆਵੇ ਜਿਹੜੇ ਇੱਛੁਕ ਹੋਣ ਫੀਡਬੈਕ ਲੈਣ ਲਈ, ਤੁਸੀਂ ਕੋਈ ਵੀ 5 ਕੱਢ ਲਿਆ ਕਰੋ ਹਰ ਵਾਰ, ਤੇ ਮੈਂ ਫੀਡਬੈਕ ਜ਼ਰੂਰ ਦੇ ਦਿਆ ਕਰਾਂਗੀ। ਨਾਲੇ ਬਿਲਕੁਲ, ਕਿਉਂਕਿ ਇਹ ਪ੍ਰੋਗਰਾਮ ਦੀ ਕਾਫੀ ਜ਼ਿਆਦਾ ਤੁਹਾਡੇ ਵੱਲੋਂ ਵੀ ਡਿਮਾਂਡ ਸੀ ਜੀ, ਇਸ ਕਰਕੇ ਆਪਾਂ ਇਹ ਪ੍ਰੋਗਰਾਮ ਹੁਣ ਹਰ ਵੀਕ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ। 5 ਵਜੇ ਸ਼ਾਮ ਨੂੰ ਜਿਹੜਾ ਇਹ ਪ੍ਰੋਗਰਾਮ ਹੋਇਆ ਕਰੂਗਾ, ਸੋ ਤੁਸੀਂ ਜੁੜ ਸਕਦੇ ਹੋ ਜੀ। ਹਰ ਮੰਗਲਵਾਰ ਸ਼ਾਮ ਨੂੰ 5 ਵਜੇ ਡਾਕਟਰ ਸਿੰਘ ਇੱਥੇ ਹੋਣਗੇ ਤੇ ਤੁਹਾਡੇ ਨਾਲ ਇਹ ਜਿਹੜੀਆਂ ਬਰੀਕੀਆਂ ਨੇ ਅੰਗਰੇਜ਼ੀ ਭਾਸ਼ਾ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨਗੇ ਜੀ। ਹਾਂਜੀ ਹਾਂਜੀ। ਸੋ ਲੈਟਸ ਹੈਵ ਸਮ ਪੁਆਇੰਟਸ, ਪਲੀਜ਼ ਨੋਟ ਡਾਊਨ। ਟੁਡੇ the internet is the cheapest, fastest, and easiest means of communication. Today, the internet is the cheapest, fastest, and easiest means of communication. ਇਹ ਤੁਸੀਂ ਇੱਕ ਲਾਈਨ ਦਾ ਇਸਤੇਮਾਲ ਜਿਹੜਾ ਹਰ IT ਵਾਲੇ ਐਸੇ ਵਿੱਚ ਕਰ ਸਕਦੇ ਹੋ, ਹਰ ਕੰਪਿਊਟਰ ਦੇ ਨਾਲ ਪੁੱਛੇ ਗਏ ਐਸੇ ਦੇ ਵਿੱਚ ਕਰ ਸਕਦੇ ਹੋ। ਔਰ ਜਿੱਥੇ ਵੀ ਐਂਟਰਟੇਨਮੈਂਟ ਦੀ ਗੱਲ ਕੀਤੀ ਜਾਂਦੀ ਹੈ, ਟੈਕਨੋਲੋਜੀ ਦੀ ਗੱਲ ਕੀਤੀ ਜਾਂਦੀ ਹੈ, ਉੱਥੇ ਸਾਰੀਆਂ ਥਾਵਾਂ ਤੇ ਇਹਦਾ ਇਸਤੇਮਾਲ ਹੋ ਸਕਦਾ ਹੈ। ਫਿਰ Unlike in olden days, every family has at least one member staying miles away or even in distant lands. Therefore, reading and writing are essential to communicate with them. As such, use of the internet and chat room is increasing, which is deleterious for the growth of children. It becomes imperative on the part of the teachers to switch back to the traditional ways of numeric and literary skills in order to capture the interest of the students towards this method of teaching. ਜੀ, ਇਹ ਪੁਆਇੰਟ ਸੀਗਾ ਇੱਕ ਨਿਊਟਰਲ ਪੁਆਇੰਟ ਜਿਹਦੇ ਵਿੱਚ ਇੰਟਰਨੈਟ ਦੀ ਅਹਿਮੀਅਤ ਵੀ ਦੱਸ ਦਿੱਤੀ ਗਈ ਤੇ ਨਾਲ ਹੀ ਨਾਲ ਦੱਸ ਦਿੱਤਾ ਗਿਆ ਕਿ ਇਹ ਸਾਡੇ ਵਾਸਤੇ ਹਾਰਮਫੁਲ ਕਿਉਂ ਹੈ ਤੇ ਇਹਦਾ ਕੀ ਸਮਾਧਾਨ ਹੋਣਾ ਚਾਹੀਦਾ। ਜਦੋਂ ਤੁਸੀਂ ਇਸ ਤਰ੍ਹਾਂ ਦੇ ਐਸੇ ਨੂੰ ਐਵੇਂ ਟੈਕਲ ਕਰਦੇ ਹੋ ਤੇ ਤੁਹਾਨੂੰ ਜਿਹੜੇ ਨੰਬਰ ਨੇ ਉਹ ਜ਼ਿਆਦਾ ਵਧੀਆ ਢੰਗ ਨਾਲ ਮਿਲਦੇ ਨੇ, ਕਿਉਂਕਿ ਤੁਸੀਂ ਇੱਕ ਪ੍ਰੋਬਲਮ ਵੀ ਜ਼ਾਹਿਰ ਕਰ ਦਿੱਤੀ, ਉਹਦੇ ਪਿੱਛੇ ਕੀ ਕਾਰਨ ਨੇ ਉਹ ਵੀ ਦੱਸ ਦਿੱਤੇ, ਤੇ ਉਹਦੇ ਅੱਗੇ ਕੀ ਹੋ ਸਕਦਾ ਉਹ ਵੀ ਦੱਸ ਦਿੱਤਾ।
ਠੀਕ ਹੈ ਜੀ। ਔਰ ਉਸ ਤੋਂ ਬਾਅਦ ਅਸੀਂ ਇਹ ਲਿਖ ਸਕਦੇ ਹਾਂ, in the present age of information explosion, the ability to read and write is very important, or we can say is significant, is of paramount importance, is incredibly important, right? ਇਹਨਾਂ ਚੋਂ ਅਸੀਂ ਕੁਝ ਵੀ ਲਿਖ ਸਕਦੇ ਹਾਂ। In the present age of information explosion, the ability to read and write is of paramount importance। ਠੀਕ ਹੈ ਜੀ। ਜੀ ਫਿਰ ਉਸ ਤੋਂ ਬਾਅਦ ਅਸੀਂ ਲਿਖ ਸਕਦੇ ਹਾਂ, reading is to understand the world and writing is to communicate with the world. Reading is to understand the world and writing is to communicate with the world। ਠੀਕ ਹੈ ਜੀ। ਸੋ ਰੀਡਿੰਗ ਜਿਹੜੀ ਹੈ ਉਹ ਦੁਨੀਆ ਨੂੰ ਸਮਝਣ 'ਚ ਕੰਮ ਆਉਂਦੀ ਹੈ, ਤੇ ਰਾਈਟਿੰਗ ਜਿਹੜੀ ਹੈ ਉਹ ਦੁਨੀਆ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਸਹਾਇਕ ਸਿੱਧ ਹੁੰਦੀ ਹੈ। The world has become a global village and one has to communicate with people in different parts of the globe। ਫਿਰ ਅਸੀਂ ਇਹਨੂੰ ਏਦਾਂ ਲਿਖ ਸਕਦੇ ਹਾਂ ਕਿ every business transaction involves a lot of paperwork, right? Financial help is given both to farmers and the young and employed. To have access to opportunities, one should be able to read and write। ਇਹ ਇੱਕ ਐਗਜ਼ਾਮਪਲ ਹੈ ਜਿਹੜੀ ਦੁਨੀਆ ਭਰ ਦੇ ਵਿੱਚ ਇੱਦਾਂ ਹੁੰਦਾ ਹੈ ਤੇ ਦਿੱਤੀ ਜਾ ਸਕਦੀ ਹੈ। ਅਸੀਂ ਇੱਥੇ ਲਿਖ ਸਕਦੇ ਹਾਂ ਕਿ though all these things are very important, still the ability to read and write is much more important than the ability to use computer and internet। All right? So ਅਸੀਂ ਇੱਥੇ ਵੀ ਲਿਖ ਸਕਦੇ ਹਾਂ ਕਿ in this era of digital divide between those who are computer savvy and those who are not। Computer savvy ਦਾ ਮਤਲਬ ਹੈ experts, SAVVY, savvy ਦਾ ਮਤਲਬ ਹੁੰਦਾ experts, and those who are not। To excel in the rat race, one has to be good at the 3 R's। Reading is the must R that a person has। 3 R's ਜਿਹੜੀਆਂ ਬੜੀਆਂ ਇੰਪੋਰਟੈਂਟ ਹੈ ਲਾਈਫ ਦੇ ਵਿੱਚ, ਉਹ ਤੁਹਾਨੂੰ ਗੁੱਡ ਹੋਣਾ ਹੀ ਪਏਗਾ। ਉਹਨਾਂ R's ਦੇ ਵਿੱਚ ਪਹਿਲੀ R ਹੈ ਰੀਡਿੰਗ। ਫਿਰ ਉਸ ਤੋਂ ਬਾਅਦ ਫਿਰ ਰੀਡਿੰਗ, ਫਿਰ ਉਸ ਤੋਂ ਬਾਅਦ ਫਿਰ ਰੀਡਿੰਗ। 3 ਹੀ R's ਇੰਪੋਰਟੈਂਟ ਹੈਗਾ, ਰੀਡਿੰਗ, more reading, more and more reading। Reading is very important to understand the concepts and writing is very important to communicate। ਸੋ ਇਹ ਸਾਰੇ ਪੁਆਇੰਟਸ ਜਿਹੜੇ ਆ ਅਸੀਂ ਇਸ ਐਸੇ ਦਾ ਸ਼ਿੰਗਾਰ ਬਣਾ ਸਕਦੇ ਹਾਂ ਇਹਨਾਂ ਸਾਰੇ ਪੁਆਇੰਟਸ ਦੇ ਨਾਲ। ਜੀ ਠੀਕ ਹੈ ਜੀ। ਫਿਰ ਅਸੀਂ ਇੱਕ ਲਾਈਨ ਹੋਰ ਹੈ ਜਿਹੜੀ ਬੜੀ ਵਧੀਆ ਢੰਗ ਦੇ ਨਾਲ ਕਿਤੇ ਵੀ ਇਸਤੇਮਾਲ ਕਰ ਸਕਦੇ ਹਾਂ ਸਾਰੇ ਐਸੇ ਦੇ ਵਿੱਚ। ਉਹ ਲਾਈਨ ਇਹ ਹੈਗੀ ਹੈ, the ability to read and write is quintessential to be part of this highly technological world। ਠੀਕ ਹੈ ਜੀ। quintessential, QUINTESSENTIAL, quintessential ਅਤੀ ਜ਼ਰੂਰੀ, quintessential ਬਹੁਤ ਜ਼ਰੂਰੀ। ਠੀਕ ਹੈ ਜੀ ਇਹ ਵਰਡ ਵੀ ਅੱਛਾ ਹੈ, ਇਹਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ ਔਰ ਇਹਦਾ ਇਸਤੇਮਾਲ ਰੋਜ਼ਮਰਾ ਦੀ ਲੈਂਗੁਏਜ ਦੇ ਵਿੱਚ ਵੀ ਅਸੀਂ ਕਰ ਸਕਦੇ ਹਾਂ ਕਿਉਂਕਿ ਲੋਕ ਕਰਦੇ ਹੈ ਤੇ ਅਸੀਂ ਅੱਛਾ ਜਿਹੜਾ ਰਿਸਪੌਂਸ ਹੈਗਾ ਉਹ ਪ੍ਰੈਜ਼ੈਂਟ ਕਰ ਸਕਦੇ ਹਾਂ। ਠੀਕ ਹੈ ਜੀ। ਜੀ ਸੋ ਇਹ ਜਿਹੜਾ ਸੀਗਾ ਟੌਪਿਕ ਸੀ ਜਿਹੜਾ ਮੈਂ ਅੱਜ ਜਿਹਦੇ ਤੇ ਝਾਤ ਪਾਉਣਾ ਚਾਹੁੰਦੀ ਸੀਗੀ, ਔਰ ਇਹ ਟੌਪਿਕ ਜਿਹੜਾ ਹੈਗਾ ਇਹ ਮਿੰਟਾਂ ਸਕਿੰਟਾਂ 'ਚ ਹੀ ਕੰਪਲੀਟ ਹੋ ਗਿਆ ਹੈ ਕਿਉਂਕਿ ਅੱਜ ਮੈਂ ਇਹ ਖੀਰ ਬਣਾਈ ਹੈ ਪਰ ਉਹਨੂੰ ਮੂੰਹ 'ਚ ਨਹੀਂ ਪਾਇਆ, ਤੁਹਾਡੇ ਵਾਸਤੇ ਛੱਡਿਆ ਕਿ ਤੁਸੀਂ ਐਸੇ ਲਿਖੋ, ਰੇਡੀਓ ਹਾਂਜੀ ਦੀ ਈਮੇਲ 'ਤੇ ਭੇਜੋ ਅਤੇ ਜਿਹੜੇ 5 ਐਸੇ ਸਿਲੈਕਟ ਕਰ ਲੈਣਗੇ ਉਹ ਮੈਂ ਚੈੱਕ ਕਰ ਦਿਆਂਗੀ, ਮੈਨੂੰ ਭੇਜ ਦਿਓ। ਜੀ ਸੋ ਬਿਲਕੁਲ ਜੀ ਬਿਲਕੁਲ। ਔਰ ਇਸੇ ਤਰ੍ਹਾਂ ਹੀ ਆ ਤੁਸੀਂ ਸਾਨੂੰ ਭੇਜ ਸਕਦੇ ਹੋ। ਸਾਡੀ ਈਮੇਲ ਆਈਡੀ ਹੈ ਜੀ info@hanji.com.au, info@hanji.com.au, ਜਾਂ ਫਿਰ ਤੁਸੀਂ ਸਿੰਘ ਆਇਲਸ ਦੇ info@singiles.com ਦੇ ਉੱਤੇ ਜਾ ਕੇ ਵੀ ਤੁਸੀਂ ਭੇਜ ਸਕਦੇ ਹੋ ਜੀ। ਸੋ ਬੇਨਤੀ ਇਹੀ ਹੈ ਜ਼ਰੂਰ ਭੇਜੋ, ਅਤੇ ਜਦੋਂ ਵੀ ਰੈਫਰੈਂਸ ਦੇ ਰਹੇ ਹੋ ਪਲੀਜ਼ ਨਾਲ ਰੇਡੀਓ ਹਾਂਜੀ ਜਿਹੜਾ ਆ ਉਹ ਰੈਫਰੈਂਸ ਜ਼ਰੂਰ ਪਾਇਓ, ਬਹੁਤ ਜ਼ਰੂਰੀ ਆ ਕਿਉਂਕਿ ਬਹੁਤ ਸਾਰੇ ਇਹਨਾਂ ਕੋਲ ਐਸੇ ਆਉਂਦੇ ਆ। ਮੈਡਮ ਦੀ ਇਹ ਖਾਸੀਅਤ ਵੀ ਆ ਕਿ ਟੀਚਰ ਇਸ ਤਰ੍ਹਾਂ ਦੇ ਟੀਚਰ ਨੇ ਕਿ ਪਹਿਲਾਂ ਸਟੂਡੈਂਟ ਨੂੰ ਬੁਲਾ ਕੇ 2-3 ਕਲਾਸਾਂ ਲਵਾਉਂਦੇ ਆ ਕਿ ਬਈ ਠੀਕ ਆ ਕਿ ਇਹ ਪੜ੍ਹਨ ਲਾਇਕ ਹੈਗਾ ਕਿ ਨਹੀਂ ਹੈਗਾ, ਫਿਰ ਹੀ ਉਹਨੂੰ ਅੱਗੇ ਪੜ੍ਹਾਉਣਾ ਆ। ਸੋ ਸ਼ੁਕਰੀਆ ਜੀ।
ਅੱਜ ਕੱਲ ਗੁਰਜੋਤ ਐਕਸਪਰਟਿਜ਼ ਜ਼ਿਆਦਾ ਹੋ ਗਈ ਹੈ, ਇੱਕੋ ਚ ਪੰਪ ਲਈਦਾ। ਜੀ ਹਾਂ, ਨਹੀਂ ਬਿਲਕੁਲ ਇੰਨੇ ਲੰਮੇ ਸਮੇਂ ਤੋਂ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਹੋ ਜੀ। ਸੋ ਇੱਕ ਚੀਜ਼ ਹੋਰ ਹੈ ਡਾਕਟਰ ਸਿੰਘ, ਵੈਸੇ ਚਲੋ ਥੋੜਾ ਜਿਹਾ ਹੈਗਾ ਤੇ ਇਹਦੇ ਨਾਲੋਂ ਵੱਖਰਾ ਹੀ ਆ, ਪਰ ਅਕਸਰ ਇਹ ਵਿਸ਼ਾ ਜਿਹੜਾ ਆ ਆਮ ਜਾਂ ਇੱਕ ਕੁਐਸਚਨ ਜਿਹੜਾ ਅਕਸਰ ਪੁੱਛਿਆ ਜਾਂਦਾ ਆ ਕਿ ਵੈਸੇ ਵੀ ਤੁਹਾਡੇ ਕੋਲ ਵੀ ਇਹ ਆਉਂਦਾ ਹੋਊਗਾ ਕਿ ਤੁਸੀਂ PTE ਦੀ ਵੀ ਤਿਆਰੀ ਕਰਾਉਂਦੇ ਹੋ। ਹਾਂਜੀ ਗੁਰਜੋਤ, PTE ਇੱਕ ਹਨੇਰੀ ਦੀ ਤਰ੍ਹਾਂ ਆਇਆ ਔਰ ਤੂਫਾਨ ਦੀ ਤਰ੍ਹਾਂ ਨਿਕਲ ਰਿਹਾ ਐਗਜ਼ਾਮ ਹੈ। ਜਿਹੜੇ PT ਪੜ੍ਹਾਉਂਦੇ ਆ ਤੇ PT ਪੜ੍ਹਦੇ ਆ, ਮੈਂ ਉਹਨਾਂ ਤੋਂ ਪਹਿਲਾਂ ਹੀ ਹੱਥ ਜੋੜ ਕੇ ਖਿਮਾ ਦੀ ਜਾਚਕ ਹਾਂ। ਜਿਹੜੇ ਪੜ੍ਹਾ ਰਹੇ ਨੇ ਚੰਗਾ ਹੀ ਕੰਮ ਕਰ ਰਹੇ ਆ, ਤੇ ਜਿਹੜੇ ਪੜ੍ਹ ਰਹੇ ਨੇ ਉਹਨਾਂ ਨੂੰ ਵੀ ਆਪਣੀਆਂ ਕੈਪੈਸਿਟੀਜ਼ ਤੇ ਯਕੀਨ ਹੈ ਤੇ ਪੜ੍ਹ ਰਹੇ ਆਲ ਦਾ ਬੈਸਟ। ਪਰ ਮੇਰੇ ਵੱਲੋਂ PTE ਦੀ ਰეკਮੈਂਡੇਸ਼ਨ ਨਹੀਂ ਹੈਗੀ। ਮੈਂ ਇਹੀ ਕਹਾਂਗੀ ਕਿ ਜਿਨ੍ਹਾਂ ਨੇ ਆਇਲਸ ਪੜ੍ਹ ਲੈਣ ਤੇ ਜ਼ਿਆਦਾ ਵਧੀਆ ਹੈ। ਤੇ ਬਾਕੀ ਹੋਰ ਐਗਜ਼ਾਮਸ ਨੇ, ਜਿਵੇਂ ਟੀਚਿੰਗ ਰਜਿਸਟ੍ਰੇਸ਼ਨ ਲਈ ISL PR ਹੈ, ਨਰਸਿੰਗ ਰਜਿਸਟ੍ਰੇਸ਼ਨ ਲਈ OET ਦਾ ਐਗਜ਼ਾਮ ਹੈ, ਫਿਰ ਉਸ ਤੋਂ ਬਾਅਦ TOEFL ਦਾ ਐਗਜ਼ਾਮ ਆ ਜਾਂਦਾ ਜਿਹੜਾ ਕਈਆਂ ਚੀਜ਼ਾਂ 'ਚ ਇਸਤੇਮਾਲ ਹੁੰਦਾ ਹੈ। ਫਿਰ ਉਸ ਤੋਂ ਬਾਅਦ ਵੀ ਹੋਰ ਬਹੁਤ ਸਾਰੇ ਐਗਜ਼ਾਮਸ ਹੈਗੇ ਆ ਜਿਹੜੇ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟ ਨੂੰ ਫੁੱਲਫਿਲ ਕਰਦੇ ਆ, ਆਸਟ੍ਰੇਲੀਅਨ ਇਮੀਗ੍ਰੇਸ਼ਨ ਦੇ ਨਾਲ ਵੀ ਤੇ ਆਸਟ੍ਰੇਲੀਅਨ ਰਜਿਸਟ੍ਰੇਸ਼ਨ ਅਥਾਰਟੀਜ਼ ਦੇ ਨਾਲ। ਪਰ ਜੇਕਰ ਮੈਨੂੰ ਕੋਈ ਓਨੈਸਟਲੀ ਇਹ ਸਵਾਲ ਪੁੱਛਦਾ ਹੈ ਤੇ ਸੱਚ ਜਾਣਿਓ ਜੀ, ਐਕਸਪੀਰੀਅੰਸ ਸਪੀਕਸ, ਮੇਰਾ ਪਰਸਨਲ ਐਕਸਪੀਰੀਅੰਸ, IELTS ਇਜ਼ ਬੈਟਰ ਆਪਸ਼ਨ ਫॉर ਆਲ। ਜੇਕਰ ਧਿਆਨ ਦੇ ਨਾਲ ਕੁਝ ਦਿਨ ਲਗਾ ਕੇ ਪੜ੍ਹਿਆ ਜਾਵੇ ਤੇ IELTS ਜ਼ਿਆਦਾ ਸੌਖਾ ਤੇ ਜ਼ਿਆਦਾ ਰਿਲਾਇਬਲ ਐਗਜ਼ਾਮ ਹੈ, ਜਿਹਦੇ ਵਿੱਚ ਸ਼ੋਰਟ ਜਿਹੜੀਆਂ ਟਿਪਸ ਟ੍ਰਿਕਸ ਜਿਹੜੀਆਂ ਇਨਵੋਲਵਡ ਹੈਗੀਆਂ ਜੀ। ਸੋ ਇਹ ਮੈਂ ਤਾਂ ਕਰਕੇ ਵੀ ਪੁੱਛਿਆ ਜੀ ਕਿ ਇਹ ਵਾਲਾ ਮਸਲਾ ਜਿਹੜਾ ਅੱਜ ਕੱਲ੍ਹ ਕਾਫੀ ਜ਼ਿਆਦਾ ਆ। ਸੋ ਲੋਕਾਂ ਨੂੰ ਇਹ ਚੀਜ਼ ਲੱਗ ਰਹੀ ਆ ਕਿ ਨਹੀਂ ਉਹ ਚੀਜ਼ ਸੌਖੀ ਆ ਜਾਂ ਇਸ ਤਰ੍ਹਾਂ ਆ। ਸੋ ਤਾਂ ਕਰਕੇ ਮੇਰਾ ਸੀਗਾ ਕਿ ਸਵਾਲ ਤੁਹਾਡੇ ਕੋਲੋਂ ਜਿਹੜਾ ਜ਼ਿਆਦਾ ਵਧੀਆ ਮੈਨੂੰ ਪਤਾ ਲੱਗ ਸਕਦਾ ਜੀ। ਹਾਂਜੀ, ਤੁਸੀਂ ਮੈਨੂੰ ਵਧੀਆ ਤਰੀਕੇ ਦੇ ਨਾਲ ਪੁੱਛਿਆ ਔਰ ਮੈਂ ਬਿਲੀਵ ਕਰਦੀ ਹਾਂ ਕਿ ਮੈਂ ਸਹੀ ਜਵਾਬ ਦੇ ਪਾਈ ਹੋਵਾਂਗੀ ਜੀ। ਔਰ ਮੈਂ ਇਹੀ ਕਹਿਣਾ ਚਾਹਾਂਗੀ ਗੁਰਜੋਤ ਜੀ ਕਿ ਇਟਸ ਵੈਰੀ ਇੰਪੋਰਟੈਂਟ ਟੂ ਸੀ ਯੋਰ ਸਕਿੱਲਸ ਫਸਟ। ਇਫ ਯੂ ਆਰ, ਜੇ ਤੁਸੀਂ ਸੋਚ ਸਕਦੇ ਹੋ ਕਿ ਤੁਸੀਂ ਲੈਂਗੁਏਜ ਨੂੰ ਕੰਪਿਊਟਰ ਦੇ ਉੱਪਰ ਜ਼ਿਆਦਾ ਵਧੀਆ ਢੰਗ ਦੇ ਨਾਲ ਉਭਾਰ ਸਕਦੇ ਹੋ, ਔਰ ਤੁਸੀਂ ਜਿਹੜੇ ਇੱਕਦਮ ਚੈਲੰਜਸ ਆਉਂਦੇ ਨੇ, ਜਿਵੇਂ ਵਰਬਲ ਰੀਜ਼ਨਿੰਗ ਦੇ ਕਈ ਸਵਾਲ ਹੁੰਦੇ ਨੇ ਵਿੱਚ ਹਾਇਰ ਲੈਵਲ ਵੋਕੈਬ ਹੁੰਦੀ ਹੈ ਜਿਹਦੇ ਵਾਸਤੇ ਕੋਈ ਬੇਸ ਵੀ ਨਹੀਂ ਦਿੱਤਾ ਜਾਂਦਾ, ਜੇ ਤੁਸੀਂ ਕਰ ਸਕਦੇ ਹੋ ਤੇ ਨਾਟ ਅ ਬੈਡ ਐਗਜ਼ਾਮ। ਬਟ ਮੈਂ ਜੋ ਆਸਟ੍ਰੇਲੀਆ ਆ ਕੇ ਲੋਕਾਂ ਦੇ ਸ਼ੈਡਿਊਲਸ ਦੇਖੇ ਨੇ ਤੇ ਨਾਲ ਮੈਂ ਦੇਖਿਆ ਕਿ ਕਿੰਨਾ ਪੜ੍ਹਾਈ ਵੀ ਕਰ ਰਹੇ ਨੇ, IELTS ਦੀ ਪੜ੍ਹਾਈ, ਇੰਗਲਿਸ਼ ਦੀ ਵੀ ਪੜ੍ਹਾਈ ਕਰਨੀ ਹੈ ਤੇ ਨਾਲ ਜੌਬਸ ਵੀ ਕਰਨੀ ਹੈ, ਪੜ੍ਹਨਾ ਵੀ ਹੈ, ਬਹੁਤ ਜ਼ਿਆਦਾ ਕੰਮ ਹੈ। IELTS ਸੌਖਾ ਹੈ, IELTS ਦੇ ਵਿੱਚ ਚਾਂਸ ਨਹੀਂ ਹੈਗਾ, ਕਿਉਂਕਿ ਜੇ ਪੜ੍ਹਿਆ ਤੇ ਪੇਪਰ ਕਲੀਅਰ ਹੋਏਗਾ ਹੀ ਹੋਏਗਾ। PTE ਦੇ ਚਾਂਸਿਸ ਹੈਗੇ ਹੈ ਕਿਉਂਕਿ ਟੈਕਨੋਲੋਜੀ ਦੇ ਹੱਥ 'ਚ ਹੈ ਨਾ, ਸਾਡੇ ਹੱਥ, ਐਗਜ਼ਾਮਨਰ ਦੇ ਹੱਥ 'ਚ ਨਹੀਂ ਹੈਗਾ ਜੀ। ਇਹ ਇੱਕ ਹੋਰ ਮੈਂ ਐਕਸਪਰਟ ਕਮੈਂਟ ਦੇ ਸਕਦੀ ਹਾਂ ਇਹਦੇ ਤੇ। ਬਾਕੀ ਜਿਹੜੇ ਪੜ੍ਹਾਉਂਦੇ ਨੇ ਉਹਨਾਂ ਤੋਂ ਮੇਰੇ ਹੱਥ ਜੋੜ ਕੇ ਮਾਫੀ ਹੈ, ਤੁਸੀਂ ਚੰਗਾ ਕੰਮ ਕਰ ਰਹੇ ਹੋ, ਪੜ੍ਹਾਓ, ਵਧੀਆ ਗੱਲ ਹੈ। ਜਿਹੜੇ ਪੜ੍ਹਾ ਰਹੇ ਨੇ ਤੁਸੀਂ ਉਹਨਾਂ ਕੋਲ ਪੜ੍ਹਨ ਜਾ ਵੀ ਸਕਦੇ ਹੋ, ਜੇ ਤੁਹਾਡਾ ਮਨ ਕਰਦਾ ਹੈ ਕਿ ਤੁਸੀਂ ਉਹ ਕਰੋ। ਬਾਕੀ ਮੈਂ ਰਿਕਮੈਂਡ ਨਹੀਂ ਕਰਦੀ, ਔਰ ਮੈਂ ਚਾਹਾਂਗੀ ਕਿ ਜੇ ਕੋਈ ਸਟਰਗਲ ਕਰ ਰਿਹਾ ਤੇ ਉਹ IELTS ਤੇ ਕਨਸੈਂਟਰੇਟ ਕਰੇ, ਪੜ੍ਹੇ ਜਿੱਥੇ ਮਰਜ਼ੀ, IELTS ਤੇ ਕਨਸੈਂਟਰੇਟ ਕਰੇ ਜੀ। ਸੋ ਡਾਕਟਰ ਸਿੰਘ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਵੈਰੀ ਮਚ ਜੀ। ਅੱਜ ਵੀ ਸਾਨੂੰ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਥੈਂਕ ਯੂ ਗੁਰਜੋਤ, ਥੈਂਕ ਯੂ ਸੋ ਮਚ ਐਂਡ ਡੂ ਫਿਲ ਦਾ ਆਸਟ੍ਰੇਲੀਅਨ ਸੈਂਸਸ, ਜ਼ਰੂਰ ਭਰਿਓ। ਸਾਡਾ ਫਰਜ਼ ਜਿਹੜਾ ਹੈਗਾ ਉਹ ਆਵਾਜ਼ਾਂ ਮਾਰ ਰਿਹਾ, ਜ਼ਰੂਰ ਜਾਓ ਆਪਣੀਆਂ ਵੈਬਸਾਈਟਸ ਤੇ ਤੈਨੂੰ ਭਰੋ ਪਲੀਜ਼ ਜੀ। ਸੋ ਸ਼ੁਕਰੀਆ ਜੀ। ਜਿਵੇਂ ਡਾਕਟਰ ਸਿੰਘ ਨੇ ਕਿਹਾ ਤੇ ਤੁਹਾਨੂੰ ਸਾਰਿਆਂ ਨੂੰ ਪਲੀਜ਼ ਸਾਡੇ ਵੱਲੋਂ ਵੀ ਇਹੀ ਬੇਨਤੀ ਹੈ ਜੀ, ਤੁਹਾਡੇ ਸਾਰੇ ਅੱਗੇ ਕੀਤੀ ਜਾਂਦੀ ਆ ਕਿ ਜਿਹੜਾ ਸੈਂਸਸ ਹੈ ਜੀ ਜ਼ਰੂਰ ਉਹਨੂੰ ਭਰੋ ਪਲੀਜ਼। ਸੋ ਜਿਹੜੀ ਵੀ ਭਾਸ਼ਾ ਤੁਹਾਡੀ ਹੈਗੀ ਆ ਉਹਨੂੰ ਵੀ ਭਰੋ, ਜਿਹੜੀ ਵੀ ਤੁਹਾਡੀ ਬੈਕਗਰਾਊਂਡ ਆ ਉਹ ਦੱਸੋ। ਆਸਟ੍ਰੇਲੀਆ ਨੂੰ ਪਤਾ ਲੱਗਣਾ ਚਾਹੀਦਾ ਕਿ ਆਸਟ੍ਰੇਲੀਆ ਦੇ ਵਿੱਚ ਕਿੰਨੇ ਤਰ੍ਹਾਂ ਦੇ ਲੋਕ ਰਹਿ ਰਹੇ ਨੇ, ਕਿੰਨੀਆਂ ਤਰ੍ਹਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ। ਇਹਨਾਂ ਦੇ ਆਧਾਰ ਦੇ ਉੱਤੇ ਹੀ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਕਮਿਊਨਿਟੀਜ਼ ਨੂੰ ਮਿਲਣੀਆਂ ਨੇ। ਸੋ ਇਹੀ ਬੇਨਤੀ ਹੈ ਜੀ ਇੱਕ ਵਾਰੀ ਫਿਰ ਮੇਰੇ ਵੱਲੋਂ ਵੀ, ਜਿਵੇਂ ਡਾਕਟਰ ਸਿੰਘ ਕਹਿ ਕੇ ਗਏ, ਉਹਨਾਂ ਨੇ ਵੀ ਬਾਰ-ਬਾਰ ਬੇਨਤੀ ਕੀਤੀ। ਉਹਨਾਂ ਨੇ ਇੱਕ ਵੀਡੀਓ ਵੀ ਬਣਾਈ ਹੋਈ ਆ ਸਾਡੇ ਫੇਸਬੁੱਕ ਪੇਜ ਦੇ ਉੱਤੇ, ਤੁਸੀਂ ਜਾ ਸਕਦੇ ਹੋ, ਵੀਡੀਓ ਚੈੱਕ ਕਰ ਸਕਦੇ ਹੋ। ਹੁਣ ਵੇਲਾ ਆ ਤੁਹਾਡੇ ਕੋਲੋਂ ਅਲਵਿਦਾ ਕਹਿਣ ਦਾ ਜੀ। ਸੋ ਧੰਨਵਾਦ ਤੁਹਾਡਾ ਡਾਕਟਰ ਸਿੰਘ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ।